महाराज जी नूं सीस झुका के प्यार अदब सहित उचारण करो। जी करो रसना पवित्र। सतनाम श्री वाहिगुरु साहिब। सतनाम श्री वाहिगुरु साहिब जी। एक ओंकार सतगुर प्रसाद। राग आसा महला तीजा। एक अद्वैत ਸਰੂਪ है। ओंकार सब जीवां ਦਾ ਪ੍ਰਕਾਸ਼ਕ ਹੈ। ਸਤ ਸਦੀਵੀ ਕਾਲ ਰਹਿਣ ਵਾਲਾ, ਸਦਾ ਰਹਿਣ ਵਾਲਾ ਜੋ ਸੱਚਾ ਹੈ। ਗੁਰ ਚੇਤਨ ਸਰੂਪ ਹੈ। ਪ੍ਰਸਾਦ ਆਨੰਦ ਸਰੂਪ ਹੈ। ਇਹ ਪਹਿਲਾ ਮਨ ਨਿਰਦੇਸ਼ਕ ਮੰਗਲ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਐਸਾ ਓੰਕਾਰ ਉਹ ਪ੍ਰਮਾਤਮਾ ਜੀ ਦਾ ਸਵਰੂਪ ਹੈ। ਐਸੀ ਓੰਕਾਰ ਦੀ ਪ੍ਰਮਾਤਮਾ ਦੀ ਸ਼ਕਤੀ ਹੈ ਜਿਸ ਜੈਸੀ ਹੋਰ ਕੋਈ ਵੀ ਸੰਸਾਰ ਦੇ ਅੰਦਰ ਸ਼ਕਤੀ ਨਹੀਂ ਹੋ ਸਕਦੀ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਦਾ ਸੱਚ ਰਹਿਣ ਵਾਲਾ ਜੋ ਪ੍ਰਮਾਤਮਾ ਦਾ ਸਵਰੂਪ ਹੈ। ਗਰੀਬ ਨਵਾਜ ਮਹਾਰਾਜ ਕਹਿੰਦੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਔਰ ਆਸਾ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 424 ਅੰਗ ਤੇ ਪਾਵਨ ਸ਼ਬਦ ਅੰਦਰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਅਸ਼ਟਪਦੀਆ ਘਰ 8ਵਾਂ ਕਾਫੀ। ਕਾਫੀ ਛੰਦ ਦਾ ਨਾਮ ਹੈ ਔਰ 8 ਪਦਿਆਂ ਵਾਲੀ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹੈ। ਗਰੀਬ ਨਵਾਜ ਸਤਿਗੁਰੂ ਜੀ 8ਵੇਂ ਘਰ ਸੁਰ ਤਾਲ ਅੰਦਰ ਬਖਸ਼ਿਸ਼ ਕਰਦੇ ਨੇ। ਰਾਗੀ ਸਿੰਘ ਜਦੋਂ ਇਸ ਸ਼ਬਦ ਨੂੰ ਗਾਇਨ ਕਰਦੇ 8ਵੇਂ ਘਰ ਸੁਰ ਤਾਲ ਦੇ ਅੰਦਰ ਗਾਉਂਦੇ ਹਨ। ਇਹ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਕਾਫੀ ਛੰਦ ਦੇ ਨਾਲ ਮਿਲਾ ਕਰਕੇ ਇਸ ਸ਼ਬਦ ਨੂੰ ਉਚਾਰਨ ਕੀਤਾ ਹੈ। ਗਰੀਬ ਨਵਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ ਹਨ। ਗੁਰ ਤੇ ਸਾਤ ਉਪਜੈ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਐ ਗੁਰਸਿੱਖੋ, ਭਟਕਦੇ ਹੋਏ ਮਨ ਦੀ ਇਕਾਗਰਤਾ ਬਣਨੀ, ਤਪਦਾ ਹੋਇਆ ਮਨ ਸ਼ਾਂਤ ਹੋਣਾ, ਮਨ ਨੂੰ ਧੀਰਜਤਾ ਪ੍ਰਾਪਤ ਹੋਣੀ ਸਤਿਗੁਰੂ ਜੀ ਦੀ ਸ਼ਰਨ ਵਿੱਚ ਜਾ ਕਰਕੇ ਦਾਤ ਮਿਲਦੀ ਹੈ। ਜੋ ਸਕੂਨ ਗੁਰੂ ਚਰਨਾਂ ਵਿੱਚ ਜਾ ਕੇ ਮਨ ਨੂੰ ਮਿਲਦਾ ਹੈ, ਜੋ ਮਨ ਨੂੰ ਸ਼ਾਂਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਸਤ ਸੰਗਤ ਵਿੱਚ ਆ ਕਰਕੇ ਮਿਲਦੀ ਹੈ, ਹੋਰ ਕਿਸੇ ਵੀ ਸੰਸਾਰ ਦੇ ਅਦਾਰੇ ਅੰਦਰ ਨਹੀਂ ਪ੍ਰਾਪਤ ਹੋ ਸਕਦੀ। ਕਈ ਵਾਰ ਬੜਾ ਮਨ ਦੇ ਅੰਦਰ ਸਤ ਸੰਗਤ ਜੀ ਹੁੰਦਾ ਹੈ ਕਿ ਜਿਵੇਂ ਤਨ ਦੀ ਸਤ ਸੰਗਤ ਜੀ ਤਪਸ਼ ਮਿਟਾਉਣ ਦੇ ਵਾਸਤੇ ਗਰਮੀ ਦੀ ਰੁੱਤ ਵਿੱਚ ਬਰਫੀਲੇ ਪਹਾੜਾਂ ਵਿੱਚ ਜਾ ਕੇ ਨਿਵਾਸ ਕਰ ਲਿਆ ਜਾਂਦਾ ਹੈ। ਕੋਈ ਕਸ਼ਮੀਰ ਦੇ ਇਲਾਕੇ ਵਿੱਚ ਚਲਾ ਜਾਂਦਾ ਹੈ, ਠੰਡੇ ਇਲਾਕੇ ਵਿੱਚ ਜਾ ਕਰਕੇ ਆਪਣਾ ਨਿਵਾਸ ਕਰ ਲੈਂਦਾ ਹੈ। ਜਾਂ ਫਿਰ ਏਸੀ ਕੰਡੀਸ਼ਨਰ ਸਾਧ ਸੰਗਤ ਇਹਨਾਂ ਦੇ ਆਦਿਕ ਜੋ ਸਹੂਲਤਾਂ ਲੈ ਕਰਕੇ ਇਹਨਾਂ ਦਾ ਆਸਰਾ ਲੈ ਕਰਕੇ ਤਨ ਨੂੰ ਸਾਧ ਸੰਗਤ ਜੀ ਤਪਸ਼ ਤੋਂ ਬਟਾਇਆ ਜਾ ਸਕਦਾ ਹੈ। ਪਰ ਜਿਹੜੀ ਮਨ ਦੀ ਤਪਸ਼ ਹੈ, ਕਿਧਰੇ ਔਗਣਾਂ ਦੀ, ਕਿਧਰੇ ਵਿਕਾਰਾਂ ਦੀ, ਤ੍ਰਿਸ਼ਨਾ ਦੀ ਲਟ ਕਰਦੀ ਹੋਈ ਜਿਹੜੀ ਸਾਧ ਸੰਗਤ ਜੀ ਤਪਸ਼ ਹੈ, ਉਹ ਮਨ ਨੂੰ ਕਿਵੇਂ ਸਾਧ ਸੰਗਤ ਜੀ ਸ਼ਾਂਤ ਕੀਤਾ ਜਾ ਸਕਦਾ ਹੈ। ਮਹਾਰਾਜ ਸਾਹਿਬ ਜੀ ਦੇ ਜੈਤਸਰੀ ਕੀ ਵਾਰ ਅੰਦਰ ਬਚਨ ਹਨ। ਚੰਦਨ ਚੰਦ ਨ ਸਰਦ ਰੁੱਤ, ਮੂਲ ਨ ਮਿਟਈ ਕਾਮ, ਸੀਤਲ ਥੀ ਵੈ ਨਾਨਕਾ, ਜਪੰਦੜੋ ਹਰ ਨਾਮ। ਕਿ ਮਨੁੱਖ ਕਿੰਨਾ ਯਤਨ ਕਰਦਾ, ਕਈ ਚੰਦਨ ਦਾ ਲੇਪਨ ਕਰਦੇ ਹਨ, ਕਈ ਤਾਂ ਸਾਧ ਸੰਗਤ ਜੀ ਚੰਦਨ ਦੇ ਟਿੱਕੇ ਵੀ ਮੱਥੇ 'ਤੇ ਲਗਾਉਂਦੇ ਹੈ ਕਿ ਮਨ ਜਿਹੜਾ ਹੈ ਕਾਲਾ ਨਹੀਂ ਪਾਵੇਗਾ, ਇਹਦੇ ਕਰਕੇ ਮਨ 'ਤੇ ਵੀ ਅਸਰ ਪਵੇਗਾ। ਪਰ ਹਜੂਰ ਕਹਿੰਦੇ ਹਨ ਜਦੋਂ ਤੱਕ ਸੀਤਲ ਪਰਮੇਸ਼ਰ ਦਾ ਨਾਮ ਜਪਦਾ ਨਹੀਂ, ਉਦੋਂ ਤੱਕ ਮਨ ਨਹੀਂ ਕਦੇ ਵੀ ਸ਼ਾਂਤ ਹੋਣ ਵਾਲਾ। ਮਨ ਉਦੋਂ ਤੱਕ ਵਿਕਾਰਾਂ ਦੀ ਤਪਸ਼ ਦੇ ਵਿੱਚ ਤਪਦਾ ਰਹੇਗਾ ਜਦੋਂ ਤੱਕ ਗੁਰੂ ਸ਼ਰਨ ਧਾਰਨ ਨਹੀਂ ਕਰਦਾ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਨੇ, ਗੁਰ ਤੇ ਸਾਤ ਉਪਜੈ।
ਗਰੀਬ ਨਵਾਜ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ। ਭਟਕਦਾ ਹੋਇਆ ਮਨ ਇਕਾਗਰ ਹੁੰਦਾ ਹੈ। ਜਿਨ ਤ੍ਰਿਸ਼ਨਾ ਅਗਨ ਬੁਝਾਈ, ਜਿਨ੍ਹਾਂ ਸਤਿਗੁਰਾਂ ਨੇ ਤ੍ਰਿਸ਼ਨਾ ਦੀ ਪ੍ਰਚੰਡ ਲਟ ਲਟ ਕਰਦੀ ਹੋਈ ਅਗਨੀ ਨੂੰ ਬੁਝਾ ਦਿੱਤਾ ਹੈ। ਜੋ ਸੰਸਾਰ ਭਰ ਦੇ ਤਮਾਮ ਐਸੇ ਜੀਵ ਹਨ ਜਿਨ੍ਹਾਂ ਨੇ ਗੁਰੂ ਸ਼ਰਨ ਧਾਰਨ ਕਰਕੇ ਮਹਾਰਾਜ ਸਾਹਿਬ ਜੀ ਤੋਂ ਨਾਮ ਰੂਪ ਜਲ ਦੀ ਪ੍ਰਾਪਤੀ ਕਰਕੇ ਤ੍ਰਿਸ਼ਨਾ ਦੀ ਅੱਗ ਬੁਝਾ ਲਈ ਹੈ। ਸਾਧ ਸੰਗਤ ਜੀ, ਜੋ ਸਤਿਗੁਰੂ ਜੀ ਤੋਂ ਬੇਮੁਖ ਹੋ ਜਾਂਦੇ ਉਹਨਾਂ ਦਾ ਮਨ ਵੀ ਤਪਦਾ ਰਹਿੰਦਾ, ਸੜਦਾ ਰਹਿੰਦਾ ਹੈ, ਕ੍ਰਿਜਦਾ ਰਹਿੰਦਾ ਹੈ। ਭਾਵੇਂ ਯੋਗ ਅਭਿਆਸੀ ਵੀ ਹੋਣ, ਦਸਮ ਦਵਾਰ ਵੀ ਸਵਾਸਾਂ ਨੂੰ ਟਿਕਾਉਣ ਦੀ ਸ਼ਕਤੀ ਵੀ ਭਾਵੇਂ ਪ੍ਰਾਪਤ ਹੋ ਜਾਵੇ, ਲੰਬੇਰਾ ਸਮਾਂ ਭਾਵੇਂ ਸਮਾਧੀ ਲਾ ਲਾ ਕਰਕੇ ਬੈਠਣ ਦੀ ਇਹ ਸ਼ਕਤੀ ਸੰਸਾਰ ਦੇ ਅੰਦਰ ਮਿਲ ਜਾਵੇ, ਇਹ ਦੁਨੀਆ ਦੇ ਸਾਧਨ ਵੀ ਭਾਵੇਂ ਜੀਵਨ ਦੇ ਅੰਦਰ ਧਾਰਨ ਕੀਤੇ ਹੋਣ, ਪਰ ਜੇ ਸਤਿਗੁਰੂ ਜੀ ਤੋਂ ਬੇਮੁਖ ਹੋ ਜਾਂਦਾ ਹੈ ਨਾ, ਉਹਦਾ ਮਨ ਕਦੇ ਵੀ ਸ਼ਾਂਤ ਨਹੀਂ ਹੁੰਦਾ। ਮਹਾਰਾਜ ਜੀ ਤੋਂ ਬੇਮੁਖ ਹੋਣੇ ਕਰਕੇ ਮਨ ਮੁਕਤਾਈ ਜੀਵਨ ਵਿੱਚ ਧਾਰਨ ਕਰਨ ਦੇ ਨਾਲ ਜੀਵ ਬਾਰ-ਬਾਰ ਸੜਦਾ ਰਹਿੰਦਾ ਹੈ, ਤਪਦਾ ਰਹਿੰਦਾ ਹੈ, ਕ੍ਰਿਜਦਾ ਰਹਿੰਦਾ ਹੈ, ਮਨ ਨੂੰ ਕਦੇ ਵੀ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ। ਸਾਧ ਸੰਗਤ, ਜਿਸ ਸਮੇਂ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਨੇ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ, ਉਸ ਸਮੇਂ ਸਤਿਗੁਰੂ ਜੀ ਦੇ ਜੋ ਦੋ ਸਾਹਿਬਜ਼ਾਦੇ ਹਨ, ਬਾਬਾ ਮੋਹਨ ਜੀ ਤੇ ਬਾਬਾ ਮੋਹਰੇ ਜੀ। ਬਾਬਾ ਮੋਹਰੀ ਜੀ ਨੇ ਤਾਂ ਸਤਿਗੁਰੂ ਜੀ ਦਾ ਬਚਨ ਸੱਤ ਕਰਕੇ ਮੰਨਿਆ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਝੁਕ ਕਰਕੇ ਨਮਸਕਾਰ ਕੀਤੀ। ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ ਨੂੰ ਜਾਣਿਆ। ਪਰ ਬਾਬਾ ਮੋਹਨ ਜੀ ਵੱਡੇ ਸਨ, ਕਹਿਣ ਲੱਗੇ ਕਿ ਨਹੀਂ, ਇਹ ਗੁਰੂ ਸਾਡੇ ਘਰ ਦੇ ਵਿੱਚ ਸੇਵਾ ਕਰ ਕਰਕੇ ਇਹਨਾਂ ਨੂੰ ਗੁਰਤਾ ਗੱਦੀ ਦੀ ਦਾਤ ਨਹੀਂ ਸੀ ਮਿਲਣੀ ਚਾਹੀਦੀ, ਮੈਨੂੰ ਮਿਲਣੀ ਚਾਹੀਦੀ ਸੀ। ਪਿਤਾ ਸਤਿਗੁਰੂ ਜੀ ਦਾ ਬਚਨ ਨਹੀਂ ਸੀ ਮੰਨਿਆ। ਮਹਾਰਾਜ ਸਾਹਿਬ ਜੀ ਨੇ ਬਾਰ-ਬਾਰ ਕਿਹਾ ਵੀ ਸੀਗਾ ਕਿ ਇਹ ਮੋਹਨ, ਇਹ ਪੁੱਤਰ, ਇਹਨਾਂ ਨੂੰ ਸਤਿਗੁਰੂ ਜੀ ਦਾ ਹੀ ਸਰੂਪ ਜਾਣਨਾ, ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਜਾਣ ਕਰਕੇ ਇਹਨਾਂ ਦੇ ਚਰਨਾਂ ਤੇ ਨਮਸਕਾਰ ਕਰ, ਸਤਿਕਾਰ ਕਰਨਾ। ਪਰ ਮਹਾਰਾਜ ਜੀ ਦਾ ਬਚਨ ਨਹੀਂ ਸੀ ਮੰਨਿਆ। ਇਸ ਕਰਕੇ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਤੇਰੇ ਮਨ ਨੂੰ ਸ਼ਾਂਤੀ ਨਹੀਂ ਪ੍ਰਾਪਤ ਹੋਵੇਗੀ, ਭਾਵੇਂ ਤੂੰ ਯੋਗਾ ਅਭਿਆਸ ਵੀ ਕਰ ਲਵੇ, ਪਰ ਤੇਰਾ ਮਨ ਨਹੀਂ ਕਦੇ ਸ਼ਾਂਤ ਹੋਵੇਗਾ। ਫਿਰ ਜਦੋਂ ਮਹਾਰਾਜ ਸਾਹਿਬ ਜੀ ਜੋਤੀ ਜੋਤ ਸਮਾਉਣ ਲੱਗੇ ਸਨ, ਹਜ਼ੂਰ ਦੇ ਸਨਮੁਖ ਹੋ ਕਰਕੇ ਬੇਨਤੀ ਕੀਤੀ ਹੈ, ਮਹਾਰਾਜ ਆਪ ਜੀ ਦਾ ਬਚਨ ਅਵੱਛ ਸੱਚ ਹੋਣ ਵਾਲਾ ਹੈ, ਪਰ ਇਹ ਕਿਰਪਾ ਕਰੋ ਮਹਾਰਾਜ, ਇਹ ਜਿਹੜਾ ਆਪ ਜੀ ਦਾ ਸ਼ਰਾਬ ਦਾ ਬਚਨ ਮਿਲਿਆ ਮਹਾਰਾਜ ਜੀ ਦੀ, ਤਾਂ ਮੁਕਤੀ ਮੈਨੂੰ ਕਿਵੇਂ ਪ੍ਰਾਪਤ ਹੋਵੇਗੀ। ਹਜ਼ੂਰ ਦੇ ਚਰਨਾਂ ਤੇ ਘਗਿਆ ਕਰਕੇ ਬੇਨਤੀ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਇਹਨਾਂ ਦੇ ਘਰ, ਭਾਵ ਜੋ ਇਹਨਾਂ ਦੇ ਸਾਹਿਬਜ਼ਾਦਾ ਗੁਰੂ ਅਰਜਨ ਦੇਵ ਸਾਹਿਬ ਦੀ ਜਦੋਂ ਗੁਰਤਾ ਗੱਦੀ ਤੇ ਬਿਰਾਜਣਗੇ, ਉਹ ਤੁਹਾਡੇ ਕੋਲ ਪੋਥੀਆਂ ਸਾਹਿਬ ਲੈਣ ਵਾਸਤੇ ਆਉਣਗੇ, ਗੁਰਬਾਣੀ ਦੀਆਂ ਪੋਥੀਆਂ ਸਾਹਿਬ। ਜਦੋਂ ਆਉਣਗੇ ਉਸ ਸਮੇਂ ਤੁਸਾਂ ਨੇ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਨੀ, ਤਾਂ ਫਿਰ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ। ਉਹਨਾਂ ਸਮਾਂ ਮਨ ਤੁਹਾਡਾ ਤਪਦਾ ਹੀ ਰਹੇਗਾ। ਗਰੀਬ ਨਵਾਜ ਸਤਿਗੁਰੂ ਜੀ ਦਾ ਵਚਨ ਮਨ ਦੇ ਅੰਦਰ ਯਾਦ ਰੱਖਿਆ। ਜਦੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦੀ ਦਾਤ ਪ੍ਰਾਪਤ ਹੋਈ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਥਾਪਨਾ ਕਰਨੀ ਸੀ। ਪੋਥੀਆਂ ਸਾਹਿਬ ਲੈਣ ਵਾਸਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਨੇ, ਉਦੋਂ ਗਰੀਬ ਨਵਾਜ ਹਜ਼ੂਰ ਦੇ ਚਰਨਾਂ ਤੇ ਨਮਸਕਾਰ ਕਰਨ ਲੱਗੇ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਨੇ ਅੱਗੋਂ ਇਨਕਾਰ ਕੀਤਾ, ਆਪ ਸਤਿਕਾਰ ਕੀਤਾ। ਕਹਿੰਦੇ ਕਿ ਸਾਡਾ ਫਰਜ਼ ਬਣਦਾ ਤੁਹਾਡੇ ਚਰਨੀ ਹੱਥ ਲਾਉਣੇ ਦਾ, ਝੁਕ ਕਰਕੇ ਨਮਸਕਾਰ ਕਰਨੇ ਦਾ, ਕਿਉਂਕਿ ਆਪ ਜੀ ਵੱਡੇ ਵੱਡੇ ਸਤਿਗੁਰਾਂ ਦੇ ਸਾਹਿਬਜ਼ਾਦਾ ਜੀ ਹੋ। ਪਰ ਕਹਿਣ ਲੱਗੇ ਮਹਾਰਾਜ, ਉਹਨਾਂ ਚਿਰ ਮੇਰਾ ਮਨ ਸ਼ਾਂਤ ਨਹੀਂ ਹੋਵੇਗਾ, ਉਹਨਾਂ ਚਿਰ ਪਿਤਾ ਸਤਿਗੁਰੂ ਜੀ ਵੱਲੋਂ ਮਿਲੇ ਹੋਏ ਸ਼ਰਾਬ ਤੋਂ ਮੈਨੂੰ ਮੁਕਤੀ ਨਹੀਂ ਪ੍ਰਾਪਤ ਹੋਵੇਗੀ, ਜਿੰਨਾ ਸਮਾਂ ਮੈਂ ਤੁਹਾਡੇ ਚਰਨਾਂ ਤੇ ਝੁਕ ਕਰਕੇ ਨਮਸਕਾਰ ਨਹੀਂ ਕਰ ਲੈਂਦਾ। ਔਰ ਇਸ ਲਈ ਬੇਨਤੀ ਹੈ, ਮੈਨੂੰ ਝੁਕ ਕਰਕੇ ਪਿਆਰ ਦੇ ਨਾਲ ਨਮਸਕਾਰ ਕਰਨ ਦੇਵੋ। ਹਜ਼ੂਰ ਦੇ ਚਰਨਾਂ ਤੇ ਨਤਮਸਤਕ ਹੁੰਦੇ ਸਾਰੇ ਹੀ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਸੀ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਨੇ, ਗੁਰ ਤੇ ਸ਼ਾਂਤ ਉਪਜੈ,
ਜਿਨ ਤ੍ਰਿਸ਼ਨਾ ਅਗਨ ਬੁਝਾਈ। ਪੂਰੇ ਸਤਿਗੁਰੂ ਜੀ ਦੁਆਰਾ ਹੀ ਮਨ ਨੂੰ ਸ਼ਾਂਤੀ ਪ੍ਰਾਪਤ ਹੋਈ ਹੈ। ਜਿਨ੍ਹਾਂ ਨੇ ਸ਼ਰਨ ਆਏ ਹੋਏ ਸਿੱਖ ਦੀ ਤ੍ਰਿਸ਼ਨਾ ਦੀ ਪ੍ਰਚੰਡ ਅਗਨੀ ਨੂੰ ਬੁਝਾ ਦਿੱਤਾ। ਨਾਮ ਰੂਪ ਜਲ ਦੀ ਦਰ ਦੇ ਕਰਕੇ ਹਿਰਦੇ ਅੰਦਰ ਸਬਰ ਸੰਤੋਖ ਬਖਸ਼ਿਸ਼ ਕਰ ਦਿੱਤਾ। ਭਟਕਦਾ ਹੋਇਆ ਤ੍ਰਿਸ਼ਨਾ ਔਰ ਵਿਕਾਰਾਂ ਦੇ ਵਿੱਚ ਸੜਦਾ ਹੋਇਆ ਮਨ ਸ਼ਾਂਤ ਹੋਇਆ ਹੈ। ਗੁਰ ਤੇ ਨਾਮ ਪਾਈਐ। ਪੂਰੇ ਸਤਿਗੁਰੂ ਜੀ ਤੋਂ ਜੋ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ, ਜੀਵਨ ਅੰਦਰ ਮਹਾਰਾਜ ਸਾਹਿਬ ਜੀ ਤੋਂ ਸ਼੍ਰੋਮਣੀ ਨਾਮ ਦੀ ਦਾਤ ਜੇ ਪਾਉਣੀ ਹੈ, ਵੱਡੀ ਵਡਿਆਈ। ਇਹ ਜਾਣੋ ਕਿ ਸਭ ਤੋਂ ਵੱਡੀ ਜ਼ਿੰਦਗੀ ਦੀ ਇਹ ਵਡਿਆਈ ਹੈ ਜੋ ਮਹਾਰਾਜ ਸਾਹਿਬ ਜੀ ਤੋਂ ਨਾਮ ਦੀ ਦਾਤ ਪ੍ਰਾਪਤ ਕਰ ਲੈਣੀ ਹੈ। ਵਡਿਆਈਆਂ ਤਾਂ ਭਾਵੇਂ ਹੋਰ ਵੀ ਸਾਧ ਸੰਗਤ ਜੀ ਸੰਸਾਰ ਵਿੱਚ ਮਿਲਦੀਆਂ ਨੇ, ਪਰ ਪਰਮਾਤਮਾ ਦੇ ਨਾਮ ਜੈਸੀ ਵਡਿਆਈ ਕੋਈ ਵੀ ਦੁਨੀਆ ਦੀ ਵਡਿਆਈ ਨਹੀਂ ਹੈ। ਸਭ ਵਡਿਆਈਆਂ ਹਰ ਨਾਮ ਵਿੱਚ। ਮਹਾਰਾਜ ਕਹਿੰਦੇ ਕਿ ਸਾਰੀਆਂ ਸੰਸਾਰ ਭਰ ਦੀਆਂ ਲੋਕ ਪਰਲੋਕ ਦੀਆਂ ਵਡਿਆਈਆਂ ਪਰਮੇਸ਼ਰ ਦੇ ਨਾਮ ਦੇ ਵਿੱਚ ਹਨ। ਜਿਵੇਂ ਜਿਵੇਂ ਪਰਮੇਸ਼ਰ ਦਾ ਨਾਮ ਜਪਦਾ ਹੈ, ਤਿਵੇਂ ਤਿਵੇਂ ਵਡਿਆਈਆਂ ਪ੍ਰਗਟ ਹੋਈ ਜਾਂਦੀਆਂ ਨੇ। ਜਿੰਦਾ ਦੀ ਮਨ ਵਿੱਚ ਭਾਵਨਾ ਲੈ ਕਰਕੇ ਸਿਮਰਨ ਕਰਦਾ, ਉੱਦਾਂ ਦੀ ਵਡਿਆਈ ਜੀਵ ਨੂੰ ਪ੍ਰਾਪਤ ਹੋ ਜਾਂਦੀ ਹੈ। ਜਿਹੋ ਜਿਹੀ ਮਨ ਵਿੱਚ ਆਸ ਲੈ ਕਰਕੇ ਪਰਮੇਸ਼ਰ ਦਾ ਸਿਮਰਨ ਕਰਦਾ ਹੈ, ਉਹ ਜਿਹੀ ਆਸ ਰੂਪ ਵਡਿਆਈ ਜੀਵ ਨੂੰ ਪ੍ਰਾਪਤ ਹੋ ਜਾਂਦੀ ਹੈ। ਜੇ ਸੰਸਾਰ ਦੀ ਕੋਈ ਇੱਛਾ ਲੈ ਕੇ ਕਰਦਾ, ਉੱਦਾਂ ਦੀ ਵਡਿਆਈ ਮਿਲ ਜਾਂਦੀ ਹੈ। ਤੇ ਜੇ ਪਰਮਾਤਮਾ ਦੀ ਸਰੂਪ ਰੂਪੀ ਵਡਿਆਈ ਨੂੰ ਪਾਉਣ ਦੀ ਚਾਹਤ ਕਰਕੇ ਨਿਸ਼ਕਾਮ ਹੋ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹਨਾਂ ਨੂੰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਗੁਰ ਤੇ ਨਾਮ ਪਾਈਐ ਵੱਡੀ ਵਡਿਆਈ। ਹੇ ਗੁਰਸਿੱਖੋ, ਸਭ ਤੋਂ ਵੱਡੀ ਤੇ ਪਰਮ ਵਡਿਆਈ ਹੈ ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਪਾਈ ਹੈ। ਏਕੋ ਨਾਮ ਚੇਤ ਮੇਰੇ ਭਾਈ। ਏਕੋ ਨਾਮ ਚੇਤ ਮੇਰੇ ਭਾਈ। ਚੇਰ ਤੇ ਵਿਸਰਾਮ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਭਾਈ ਜਨੋ, ਇੱਕ ਪਰਮੇਸ਼ਰ ਦਾ ਨਾਮ ਦਾ ਚਿੰਤਨ ਕਰਿਆ ਕਰੋ। ਐਵੇਂ ਦੁਬਿਧਾ ਦਾ ਸ਼ਿਕਾਰ ਹੋ ਕੇ ਕਦੇ ਕੰਨਾਂ ਵਿੱਚ ਮੰਤਰ ਲੈ ਲਏ, ਕਦੇ ਕਿਸੇ ਕੋਲ ਜਾ ਕਰਕੇ ਮੰਤਰ ਲੈ ਲਏ, ਕੋਈ ਟੂਣੇ ਟਾਮਣ ਕਰਨ ਲੱਗ ਪਏ, ਹੋਰ ਜੰਤਰ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ। ਮਹਾਰਾਜ ਕਹਿੰਦੇ, ਇਹਨਾਂ ਦੇ ਨਾਲ ਕਦੇ ਗਤੀ ਨਹੀਂ ਹੋਣ ਵਾਲੀ। ਇਸ ਲਈ ਭਾਈ ਜਨੋ, ਐ ਗੁਰਸਿੱਖੋ, ਏਕੋ ਨਾਮ ਚੇਤ ਮੇਰੇ ਭਾਈ। ਹੇ ਗੁਰਸਿੱਖੋ, ਐ ਭਾਈ ਜਨੋ, ਜੇ ਚਿੰਤਨ ਕਰਨਾ ਤੇ ਇੱਕ ਪਰਮਾਤਮਾ ਦੇ ਨਾਮ ਦਾ ਚਿੰਤਨ ਕਰਿਆ ਕਰੋ। ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ। ਜਗਤ ਜਲੰਦਾ ਦੇਖ ਕੇ। ਕਿਉਂਕਿ ਜਗਤ ਜਿਹੜਾ ਹੈ ਵਿਕਾਰਾਂ ਦੀ ਅੱਗ ਦੇ ਵਿੱਚ ਸੜਦਾ ਹੋਇਆ ਦੇਖ ਕਰਕੇ, ਕੋਈ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਹੈ, ਕੋਈ ਹਉਮੈ ਦੀ, ਕੋਈ ਦਵੈਸ਼ ਦੀ ਅੱਗ ਵਿੱਚ ਸੜ ਰਿਹਾ ਹੈ, ਕੋਈ ਈਰਖਾ ਦੀ ਅੱਗ ਦੇ ਵਿੱਚ ਸੜੀ ਜਾ ਰਿਹਾ ਹੈ, ਕੋਈ ਵਿਕਾਰਾਂ ਦੀ ਭੱਠੀ ਵਿੱਚ ਭੁੱਜਦਾ ਹੋਇਆ ਤਪੀ ਜਾ ਰਿਹਾ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ, ਸਾਰਾ ਜਗਤ ਹੀ ਵਿਕਾਰਾਂ ਦੀ ਪ੍ਰਚੰਡ ਅੱਗ ਦੇ ਵਿੱਚ ਸੜਦਿਆਂ ਹੋਇਆਂ ਦੇਖ ਕਰਕੇ ਭੱਜ ਪਏ ਸਰਣਾਈ। ਮਹਾਰਾਜ ਕਹਿੰਦੇ ਸੀ, ਭੱਜ ਕਰਕੇ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਪਏ ਆ। ਐ ਗੁਰਸਿੱਖੋ, ਤੁਸੀਂ ਪ੍ਰਮਾਤਮਾ ਦੀ ਸ਼ਰਨ ਨੂੰ ਧਾਰਨ ਕਰ ਲਓ। ਭੱਜ ਪਏ ਸਰਣਾਈ। ਜਿਹੜੇ ਭੱਜ ਕਰਕੇ ਪ੍ਰਮਾਤਮਾ ਦੀ ਸ਼ਰਨ ਵਿੱਚ ਪੈ ਗਏ, ਉਹਨਾਂ ਦਾ ਬਚਾਅ ਹੋ ਗਿਆ ਹੈ। ਜਿਵੇਂ ਸਾਧ ਸੰਗਤ ਜੀ ਜੰਗਲ ਦੇ ਵਿੱਚ ਅੱਗ ਲੱਗ ਜਾਵੇ ਨਾ, ਤੇ ਮਨੁੱਖ ਨੂੰ ਪਤਾ ਲੱਗ ਜਾਵੇ ਭੱਜ ਕੇ ਹੀ ਆਪਣਾ ਬਚਾਅ ਕਰ ਸਕਦਾ, ਉੱਥੇ ਬੈਠਾ ਰਹੇਗਾ ਤੇ ਫਿਰ ਤਾਂ ਸੜਨਾ ਹੀ ਹੈ ਨਾ, ਫਿਰ ਤਾਂ ਵਿੱਚੇ ਸੜ ਕਰਕੇ ਮਰਨਾ ਪਵੇਗਾ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਕਹਿੰਦੇ, ਇਸ ਲਈ ਭੱਜ ਪਏ ਸਰਣਾਈ। ਜਿਹੜੇ ਭੱਜ ਗਏ ਆ ਨਾ ਗਰੀਬ ਨਵਾਜ, ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੀ ਸ਼ਰਨ ਵਿੱਚ ਪੈ ਗਏ, ਉਹਨਾਂ ਦਾ ਬਚਾਅ ਹੋ ਗਿਆ। ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਕਿ ਜਿਨ੍ਹਾਂ ਨੇ ਦੌੜ ਕਰਕੇ ਕਾਹਲੀ ਦੇ ਨਾਲ ਭੱਜ ਕੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕਰਕੇ ਬੇਨਤੀ ਕੀਤੀ, ਮਹਾਰਾਜ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਹੇ ਮਹਾਰਾਜ, ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕਰਕੇ ਸੰਸਾਰ ਦੇ ਜੀਵਾਂ ਨੂੰ, ਤਮਾਮ ਜਗਤ ਦੇ ਜੀਵਾਂ ਨੂੰ, ਸੜਦਿਆਂ ਹੋਇਆਂ ਨੂੰ ਕਿਰਪਾ ਕਰਕੇ ਰੱਖਿਆ ਕਰ ਲਓ।
ਮਹਾਰਾਜ ਐਸੀ ਆਪ ਜੀ ਦੀ ਅਸੀਂ ਸ਼ਰਨ ਧਾਰਨ ਕੀਤੀ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਦ ਸੁਆਮੀ ਸੰਦਾ। ਮਹਾਰਾਜ ਭਜ ਕਰਕੇ ਥੱਕ ਹਾਰ ਕੇ ਆਪ ਜੀ ਦੀ ਸ਼ਰਨ ਆਏ ਹਾਂ। ਰਹਾਉ ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਗੁਰ ਤੇ ਗਿਆਨ ਉਪਜੈ। ਪਰਮਾਤਮਾ ਦੀ ਪ੍ਰਾਪਤੀ ਦਾ ਗਿਆਨ ਵੀ ਸਤਿਗੁਰੂ ਜੀ ਦੁਆਰਾ ਹੀ ਪੈਦਾ ਹੁੰਦਾ ਹੈ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਇੱਕ ਸਾਧ ਸੰਗਤ ਜੀ ਦੁਨੀਆ ਦਾ ਗਿਆਨ ਹੈ, ਇੱਕ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਹੈ। ਸੰਸਾਰ ਦਾ ਗਿਆਨ ਪਾਉਣ ਦੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਅਦਾਰੇ ਖੁੱਲ੍ਹੇ ਹੋਏ ਹੈ। ਕੋਈ ਸਕੂਲਾਂ ਦੇ ਰਾਹੀਂ, ਕੋਈ ਕਾਲਜਾਂ ਦੇ ਰਾਹੀਂ, ਕੋਈ ਯੂਨੀਵਰਸਿਟੀਆਂ ਦੇ ਰਾਹੀਂ ਸਾਧ ਸੰਗਤ ਕਿੰਨੇ ਕਿੰਨੇ ਸੰਸਾਰ ਵਿੱਚ ਅਦਾਰੇ ਬਣੇ ਹੋਏ ਨੇ। ਪਰ ਦੁਨੀਆ ਦਾ ਗਿਆਨ ਕੇਵਲ ਦੁਨੀਆ ਤੱਕ ਸੀਮਿਤ ਰਹਿ ਜਾਂਦਾ ਹੈ। ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਤੱਕ ਨਾਲ ਜਾਂਦਾ ਹੈ। ਜੀਵ ਨੂੰ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਕਰਾ ਕੇ, ਅਗਿਆਨਤਾ ਦੀ ਗਾਫਲਤਾਈ ਤੋਂ ਕੱਢ ਕੇ ਗਿਆਨ ਸਰੂਪ ਪਰਮੇਸ਼ਰ ਦੇ ਵਿੱਚ ਅਪੇਤ ਕਰਾ ਦਿੰਦਾ ਹੈ। ਇਸ ਲਈ ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਹੇ ਜੀਵ, ਪੂਰੇ ਸਤਿਗੁਰੂ ਜੀ ਤੋਂ ਬਿਨਾਂ ਤੈਨੂੰ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਕਦਾਚਿਤ ਵੀ ਪ੍ਰਾਪਤ ਹੋਣ ਵਾਲਾ। ਸੋ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਗੁਰ ਤੇ ਗਿਆਨ ਉਪਜੈ। ਹੇ ਗੁਰਸਿੱਖ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕਰ ਲੈ। ਹਜੂਰ ਦੀ ਮਿਹਰ ਕਰਕੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਤੇਰੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਉਤਪੰਨ ਹੋਵੇਗਾ। ਮਹਾ ਤਤ ਵਿਚਾਰਾ। ਇਹ ਜਾਣ ਕੇ ਮਹਾਨ ਤਤ ਹੈ, ਅਥਵਾ ਮਹਾਨ ਜੋ ਪਰਮ ਪਰਮੇਸ਼ਰ ਦਾ ਸਰੂਪ ਰੂਪੀ ਤਤ ਹੈ, ਉਹਦੇ ਵਿਚਾਰ ਕਰਿਆ ਕਰ। ਮਹਾ ਤਤ ਵਿਚਾਰਾ, ਜਿਨ੍ਹਾਂ ਨੇ ਸ਼ਬਦ ਦੇ ਵਿਚਾਰ ਵੱਲ ਹੋ ਕਰਕੇ ਵਿਚਾਰ ਕੀਤੀ ਹੈ, ਉਹਨਾਂ ਨੂੰ ਮਹਾਨ ਪਰਮਾਤਮਾ ਦੇ ਸਰੂਪ ਰੂਪੀ ਤਤ ਦੀ ਪ੍ਰਾਪਤੀ ਹੋ ਗਈ ਹੈ। ਵਿਚਾਰ ਦੁਆਰਾ ਹੀ ਸਾਧ ਸੰਗਤ ਜੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਜਿਵੇਂ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਸੁਣਦਾ ਹੈ, ਸੁਣ ਕਰਕੇ ਹਿਰਦੇ ਅੰਦਰ ਵਿਚਾਰ ਕਰਦਾ ਹੈ, ਤਿਵੇਂ ਤਿਵੇਂ ਜੀਵ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਵਧੀ ਜਾਂਦਾ ਹੈ। ਜਿਵੇਂ ਜਿਵੇਂ ਮਹਾਰਾਜ ਕਹਿੰਦੇ ਸ਼ਬਦ ਦੀ ਵਿਚਾਰ ਕਰਕੇ ਹਿਰਦੇ ਅੰਦਰ ਧਾਰਨ ਕਰਦਾ, ਤਿਵੇਂ ਤਿਵੇਂ ਗਿਆਨ ਵਧੀ ਜਾਂਦਾ। ਔਰ ਇਸ ਲਈ ਪਾਤਸ਼ਾਹ ਜੀ ਕਹਿੰਦੇ, ਮਹਾ ਤਤ ਵਿਚਾਰਾ। ਹੇ ਜੀਵ, ਮਹਾਨ ਪਰਮਾਤਮਾ ਦੇ ਸਰੂਪ ਰੂਪੀ ਤਤ ਨੂੰ ਪਾ ਲਵੇਂਗਾ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਸੁਣ ਕਰਕੇ ਵਿਚਾਰ ਕਰਿਆ ਕਰ। ਗੁਰ ਤੇ ਘਰ ਦਰ ਪਾਇਆ। ਪੂਰੇ ਸਤਿਗੁਰੂ ਜੀ ਦੁਆਰਾ ਹੀ ਗੁਰਮੁਖ ਪਿਆਰਿਆਂ ਨੇ ਸਤ ਸੰਗਤ ਰੂਪੀ ਦਰ ਤੇ ਆ ਕਰਕੇ ਪਰਮਾਤਮਾ ਦੇ ਸਰੂਪ ਰੂਪੀ ਘਰ ਨੂੰ ਪਾਇਆ ਹੈ। ਭਗਤੀ ਭਰੇ ਭੰਡਾਰਾ। ਕਿਉਂਕਿ ਮਹਾਰਾਜ ਸਾਹਿਬ ਜੀ ਦੇ ਘਰ ਵਿੱਚ ਭਗਤੀ ਦੇ ਭੰਡਾਰੇ ਅਮੁੱਕ ਭਰੇ ਰਹਿੰਦੇ, ਹਰ ਸਮੇਂ ਕਦੇ ਵੀ ਮੁੱਕਦੇ ਨਹੀਂ ਹਨ। ਤੇ ਮਹਾਰਾਜ ਸ਼ਰਨ ਆਏ ਸਿੱਖਾਂ ਨੂੰ ਭਗਤੀ ਦਾ ਖਜ਼ਾਨਾ ਬਖਸ਼ਿਸ਼ ਕਰਕੇ ਨਵਾਜ ਦਿੰਦੇ ਹਨ। ਭਗਤੀ ਦੇ ਵਿੱਚ ਜੁੜੇ ਹੋਏ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਲੀਨ ਹੋ ਕੇ ਗੁਰਮੁਖ ਪਿਆਰੇ ਪਰਮਾਤਮਾ ਤੱਕ ਪਹੁੰਚਦੇ ਨੇ। ਗਰੀਬ ਨਵਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ ਕਿ ਪਰਮਾਤਮਾ ਆਪ ਜੀ ਦੀ ਮਿਹਰ ਨਾਲ ਹੀ ਮਹਾਰਾਜ ਘਰ ਦਰ ਪਾਇਆ। ਪਰਮੇਸ਼ਰ ਆਪ ਜੀ ਦੀ ਕਿਰਪਾ ਕਰਕੇ ਹੀ ਘਰ ਤੇ ਦਰ ਪਾਵਣਾ ਕੀਤਾ, ਜਿਨ੍ਹਾਂ ਤੇ ਗਰੀਬ ਨਵਾਜ ਪੂਰੇ ਸਤਿਗੁਰੂ ਜੀ ਨੇ ਮਿਹਰ ਕੀਤੀ ਹੈ। ਤਿਨਾਂ ਨੇ ਸਾਧ ਸੰਗਤ ਜੀ ਸਤ ਸੰਗਤ ਰੂਪੀ ਦਰ ਤੇ ਆ ਕੇ ਵਾਹਿਗੁਰੂ ਦੇ ਸਰੂਪ ਰੂਪੀ ਘਰ ਨੂੰ ਪ੍ਰਾਪਤ ਕਰ ਲਿਆ ਹੈ, ਅਥਵਾ ਗੁਰ ਤੇ ਦਰ ਘਰ ਪਾਇਆ। ਸਾਧ ਸੰਗਤ ਜੀ ਦਰ ਹੈ ਦਰਵਾਜ਼ਾ, ਗਿਆਨ ਰੂਪ ਦਰਵਾਜ਼ਾ ਵੀ ਪੂਰੇ ਸਤਿਗੁਰਾਂ ਤੋਂ ਜਿਨ੍ਹਾਂ ਨੇ ਪਾ ਲਿਆ, ਤਿਨਾਂ ਨੇ ਸਵੈ ਸਰੂਪ ਰੂਪੀ ਘਰ ਦੀ ਪ੍ਰਾਪਤੀ ਕਰ ਲਈ ਹੈ। ਜਿਨ੍ਹਾਂ ਨੇ ਸੰਸਾਰ ਦੇ ਅੰਦਰ ਜੋ ਦੁਆਰਿਆਂ ਵਾਲਾ ਸਾਧ ਸੰਗਤ ਜੀ ਇਹ ਸਰੀਰ ਹੈ, ਇਸ ਦਰ ਦੇ ਵਿੱਚੋਂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਰੂਪ ਰੂਪੀ ਘਰ ਨੂੰ ਪਾ ਲਿਆ, ਉਹਨਾਂ ਦੇ ਹਿਰਦੇ ਵਿੱਚ ਹਰ ਸਮੇਂ ਭਗਤੀ ਦੇ ਭੰਡਾਰੇ ਭਰੇ ਰਹਿੰਦੇ ਹਨ, ਕਦੇ ਮੁੱਕਦੇ ਨਹੀਂ। ਜਿੰਨਾ ਮਰਜ਼ੀ ਆਪ ਵਰਤੀ ਜਾਣ, ਜਿੰਨਾ ਮਰਜ਼ੀ ਨਾਮ ਦਾ ਖਜ਼ਾਨਾ ਵਰਤਾਈ ਜਾਣ,
ਐਸੇ ਅਮੁੱਕ ਪ੍ਰਮਾਤਮਾ ਦੇ ਭਗਤੀ ਦੇ ਭੰਡਾਰੇ ਕਦੇ ਵੀ ਮੁੱਕਦੇ ਨਹੀਂ ਹਨ। ਗੁਰਮੁਖ ਨਾਮ ਧਿਆਈਐ, ਹੇ ਜੀਵ, ਗੁਰਮੁਖਤਾ ਹੀ ਧਾਰਨ ਕਰਕੇ ਪਰਮੇਸ਼ਰ ਦਾ ਨਾਮ ਧਿਆਇਆ ਕਰ। ਬੂਝੈ ਵਿਚਾਰਾ, ਫਿਰ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਸਰੂਪ ਨੂੰ ਬੁੱਝ ਲਵੇਂਗਾ ਨਾਮ ਜਪ ਜਪ ਕਰਕੇ, ਗੁਰੂ ਸ਼ਬਦ ਦੀ ਵਿਚਾਰ ਕਰ ਕਰ ਕਰਕੇ। ਬੂਝੈ ਵਿਚਾਰਾ, ਵਿਚਾਰਵਾਨਾਂ ਨੇ ਵਾਹਿਗੁਰੂ ਜੀ ਦੇ ਸਰੂਪ ਨੂੰ ਬੁੱਝ ਲਿਆ ਹੈ, ਪਰਮਾਤਮਾ ਦੇ ਤਤ ਸਰੂਪ ਦੀ ਪਹਿਚਾਣ ਕਰ ਲਈ ਹੈ। ਜਿਨ੍ਹਾਂ ਨੇ ਗੁਰਾਂ ਦੇ ਮੁਖ ਦੁਆਰਾ ਨਾਮ ਦੀ ਦਾਤ ਲੈ ਕੇ ਪਰਮੇਸ਼ਰ ਦਾ ਨਾਮ ਜਪਿਆ ਹੈ। ਗੁਰਮੁਖ ਭਗਤ ਸਲਾਹ ਹੈ, ਗੁਰਮੁਖਾਂ ਦੇ ਜੀਵਨ ਅੰਦਰ ਜੋ ਪਰਮਾਤਮਾ ਦੀ ਭਗਤੀ ਕਰਨੀ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਯਾਦ ਕਰਨਾ, ਇਹੋ ਅਸਲ ਸਿਫਤ ਹੈ। ਇਹੋ ਹੀ ਪ੍ਰਮਾਤਮਾ ਦੀ ਸੱਚੀ ਸਿਫਤ ਸਲਾਹ ਹੈ। ਅੰਤਰ ਸ਼ਬਦ ਅਪਾਰਾ, ਕਿਉਂਕਿ ਉਹਨਾਂ ਦੇ ਹਿਰਦੇ ਅੰਦਰ ਅਕਾਲ ਪੁਰਖ ਪ੍ਰਮਾਤਮਾ ਦਾ ਜੋ ਉਰਾਰ ਪਾਰ ਤੋਂ ਪਰੇ ਪ੍ਰਮਾਤਮਾ ਦਾ ਸਰੂਪ ਹੈ, ਸ਼ਬਦ ਸਰੂਪ ਜੋ ਬ੍ਰਹਮ ਸਰੂਪ ਹੈ, ਅਪਾਰਾ, ਜਿਹੜਾ ਸੰਸਾਰ ਦੇ ਅੰਦਰ ਜੀਵਾਂ ਵਿੱਚ ਹੁੰਦਾ ਹੋਇਆ ਵੀ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਰਹਿੰਦਾ ਹੈ, ਜਿਸ ਦੇ ਉਰਾਰ ਅਤੇ ਪਾਰ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ, ਉਹਨਾਂ ਗੁਰਮੁਖਾਂ ਦੇ ਅੰਦਰ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦਾ ਸ਼ਬਦ ਬ੍ਰਹਮ ਸਰੂਪ ਵਸਦਾ ਹੈ। ਗੁਰਮੁਖ ਸੁਖ ਉਪਜੈ, ਗੁਰਮੁਖਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦਾ ਆਨੰਦ ਪੈਦਾ ਹੋਇਆ ਹੈ। ਜਿਨ੍ਹਾਂ ਨੇ ਜੀਵਨ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ ਹੈ, ਸਤਿਗੁਰੂ ਜੀ ਦਾ ਫਲਾਦੇਸ਼ ਸੁਣ ਕਰਕੇ ਜੀਵਨ ਵਿੱਚ ਕਮਾਇਆ ਹੈ, ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਅੰਦਰ ਸਦਾ ਰਹਿਣ ਵਾਲਾ ਆਨੰਦ ਪੈਦਾ ਹੋਇਆ ਹੈ। ਦੁੱਖ ਕਦੇ ਨਾ ਹੋਈ, ਜਿਸ ਕਰਕੇ ਕਦੇ ਵੀ ਜੰਮਣ ਤੇ ਮਰਨ ਦਾ ਦੁੱਖ ਨਹੀਂ ਉਹਨਾਂ ਗੁਰਮੁਖਾਂ ਨੂੰ ਹੋਇਆ, ਕਦੇ ਵੀ ਕੋਈ ਆਗ ਕਰਕੇ ਦੁੱਖ ਲੱਗਾ ਨਹੀਂ, ਕਿਉਂਕਿ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਹੈ, ਪਰਮਾਤਮਾ ਦਾ ਸਿਮਰਨ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਹੈ। ਜਿਸ ਹਿਰਦੇ ਅੰਦਰ ਪਰਮਾਤਮਾ ਦਾ ਸਿਮਰਨ ਹੋਵੇ, ਉਹਨਾਂ ਨੂੰ ਮਹਾਰਾਜ ਕਹਿੰਦੇ ਕੋਈ ਦੁੱਖ ਨਹੀਂ ਲੱਗਦਾ। ਜੰਮਣ ਮਰਨ ਦੇ 84 ਦੀ ਗੇੜੇ ਦੇ ਦੁੱਖਾਂ ਤੋਂ ਵੀ ਉਹਨਾਂ ਗੁਰਮੁਖਾਂ ਦਾ ਬਚਾਅ ਹੋ ਜਾਂਦਾ, ਮੁਕਤ ਹੋ ਜਾਂਦੇ ਹਨ। ਕੋਈ ਦੁੱਖ ਦੇਣ ਦਾ ਯਤਨ ਵੀ ਕਰੇ ਤਾਂ ਵੀ ਕੋਈ ਆਚ ਨਹੀਂ ਆਉਂਦੀ। ਸਾਧ ਸੰਗਤ ਜੀ, ਕਿੰਨੀਆਂ ਔਕੜਾਂ ਆਈਆਂ ਨੇ ਭਗਤ ਪ੍ਰਹਿਲਾਦ ਜੀ ਦੇ ਜੀਵਨ ਅੰਦਰ, ਕਿੰਨਾ ਯਤਨ ਕੀਤਾ ਗਿਆ, ਕਿੰਨੇ ਦੁੱਖ ਦੇਣ ਦਾ, ਤਸੀਹੇ ਦੇਣ ਦਾ ਯਤਨ ਕੀਤਾ ਗਿਆ, ਪਰ ਰਾਈ ਮਾਤਰ ਵੀ ਕੋਈ ਦੁੱਖ ਨਹੀਂ ਸੀ ਪ੍ਰਤੀਤ ਹੋਣਾ ਕੀਤਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਦੁੱਖ ਕਦਾਚਿਤ ਵੀ ਆ ਕਰਕੇ ਲੱਗਦੇ ਨਹੀਂ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਜਲ ਅਗਨੀ ਵਿੱਚ ਘੱਤਿਆ, ਜਲੈ ਨਾ ਡੂਬੈ ਗੁਰ ਪ੍ਰਸਾਦ। ਗੁਰੂ ਕਿਰਪਾ ਦੁਆਰਾ ਕਹਿੰਦੇ ਨਾ ਤਾਂ ਪਾਣੀ ਵਿੱਚ ਡੁੱਬ ਸਕਿਆ ਸੀ ਹਰਨਾਖਸ, ਨਾ ਅੱਗ ਵਿੱਚ ਸਾੜ ਸਕਿਆ ਸੀ। ਪਹਾੜਾਂ ਤੋਂ ਸੁੱਟਿਆ ਵੀ ਰੂੰ ਦੀ ਤਰ੍ਹਾਂ ਉਹਨਾਂ ਨੇ ਆਪਣਾ ਸੁਭਾਅ ਹੀ ਬਦਲ ਲਿਆ, ਤੱਤਾਂ ਨੇ ਆਪਣੇ ਸੁਭਾਅ ਹੀ ਤਬਦੀਲ ਕਰ ਲਏ ਸਨ। ਐਸੀ ਪ੍ਰਮਾਤਮਾ ਮਹਾਰਾਜ ਕਹਿੰਦੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਲਾ ਵਰਤੀ ਹੈ। ਜਿਸ ਹਿਰਦੇ ਅੰਦਰ ਪਰਮੇਸ਼ਰ ਦੀ ਯਾਦ ਵਸ ਜਾਂਦੀ ਹੈ, ਦੁੱਖ ਕਦੇ ਨਾ ਹੋਈ, ਉਹਨਾਂ ਨੂੰ ਕਦਾਚਿਤ ਵੀ ਦੁੱਖ ਨਹੀਂ ਲੱਗਦਾ। ਜਿਵੇਂ ਪਹਿਲਾਂ ਸੰਸਾਰ ਦੇ ਅੰਦਰ ਜੰਮਣ ਤੇ ਮਰਨ ਦੇ ਗੇੜੇ ਵਿੱਚ ਪਏ ਸਨ, ਉਹ ਦੁਬਾਰਾ ਕਦਾਚਿਤ ਵੀ ਜੰਮਣ ਮਰਨ ਦਾ ਦੁੱਖ ਨਹੀਂ ਹੋਇਆ। ਗੁਰਮੁਖ ਹਉਮੈ ਮਾਰੀਐ, ਗੁਰਮੁਖਾਂ ਨੇ ਸਰੀਰ ਦੀ ਹੰਗਤਾ ਅਤੇ ਪਦਾਰਥਾਂ ਦੀ ਮਮਤਾ ਮਾਰੀ ਹੈ। ਮਨ ਨਿਰਮਲ ਹੋਈ, ਜਿਸ ਕਰਕੇ ਉਹਨਾਂ ਦਾ ਮਨ ਨਿਰਮਲ ਹੋ ਗਿਆ ਹੈ, ਮਨ ਉਜਲ ਹੋ ਗਿਆ ਹੈ, ਮਨ ਸਵੱਛ ਹੋ ਗਿਆ ਹੈ। ਮਨ ਦੇ ਵਿੱਚੋਂ ਭਗਤੀ ਦੀ ਖੁਸ਼ਬੂ ਆਉਣੀ ਸ਼ੁਰੂ ਹੋ ਗਈ ਹੈ। ਜਿੱਥੇ ਹਉਮੈ ਦੀ ਬਦਬੂ ਹੋਵੇ, ਉੱਥੇ ਪਰਮਾਤਮਾ ਦੀ ਭਗਤੀ ਨਹੀਂ ਕਦੇ ਨਿਵਾਸ ਕਰ ਸਕਦੀ। ਸਤਿਗੁਰੂ ਜੀ ਦਾ ਬਚਨ ਹੈ ਨਾ ਗੁਰਬਾਣੀ ਅੰਦਰ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਹਿ ਇੱਕ ਠਾਏ। ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਤੇ ਹਉਮੈ ਦੀ ਵਜ੍ਹਾ ਵਿੱਚ ਬੜਾ ਵੱਡਾ ਇੱਕ ਝਗੜਾ ਹੈ, ਆਪੋ ਵਿੱਚ ਬੜਾ ਵੱਡਾ ਇਹਨਾਂ ਦਾ ਝਗੜਾ ਹੈ। ਦੋਵੇਂ ਇੱਕ ਥਾਂ ਤੇ ਨਹੀਂ ਕਦਾਚਿਤ ਵੀ ਟਿਕ ਸਕਦੇ। ਜੇ ਮਨ ਵਿੱਚ ਹਉਮੈ ਹੋਵੇ ਤੇ ਪਰਮੇਸ਼ਰ ਦਾ ਨਾਮ ਨਹੀਂ ਉੱਥੇ ਆ ਕੇ ਨਿਵਾਸ ਕਰਦਾ। ਜੇ ਗੁਰੂ ਕਿਰਪਾ ਨਾਲ
ਜੀਵ ਦੇ ਹਿਰਦੇ ਅੰਦਰ ਨਿਮਰਤਾ ਆ ਜਾਵੇ, ਨਿਮਰਤਾ ਦੀ ਦਾਤ ਕਰਕੇ ਨਾਮ ਵਸ ਜਾਵੇ, ਉੱਥੇ ਫਿਰ ਹਉਮੈ ਨਹੀਂ ਕਦੇ ਆ ਕਰਕੇ ਪ੍ਰਵੇਸ਼ ਹੁੰਦੀ। ਸੋ ਇਸ ਲਈ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹੈ, ਹਉਮੈ ਗੁਰਮੁਖ ਮਾਰੀ ਹੈ, ਮਨ ਨਿਰਮਲ ਹੋਈ, ਮਨ ਨਿਰਮਲ ਹੋ ਗਿਆ, ਉਜਲ ਹੋ ਗਿਆ ਹੈ। ਭਗਤੀ ਦੀ ਸੁਗੰਧੀ ਉੱਥੇ ਆਉਣ ਲੱਗ ਪੈਂਦੀ ਹੈ, ਹਉਮੈ ਦੀ ਬਦਬੂ ਖਤਮ ਹੋ ਜਾਂਦੀ ਹੈ, ਜਿੱਥੇ ਪਰਮੇਸ਼ਰ ਦਾ ਨਾਮ ਆ ਕਰਕੇ ਨਿਵਾਸ ਕਰ ਲੈਂਦਾ, ਜਿੱਥੇ ਹਿਰਦਾ ਉਜਲ ਹੋ ਜਾਂਦਾ ਹੈ, ਜਿਸ ਹਿਰਦੇ ਅੰਦਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਸ ਜਾਂਦੀ ਹੈ। ਸਤਿਗੁਰ ਮਿਲਿਆ ਆਪ ਗਿਆ। ਜੋ ਪੂਰੇ ਸਤਿਗੁਰੂ ਜੀ ਨਾਲ ਮਿਲੇ ਹਨ, ਉਹਨਾਂ ਦਾ ਆਪਾ ਭਾਵ ਚਲਾ ਗਿਆ ਹੈ, ਕਿਉਂਕਿ ਮਹਾਰਾਜ ਜੀ ਉਪਦੇਸ਼ ਹੀ ਐਸੇ ਢੰਗ ਦੇ ਨਾਲ ਬਖਸ਼ਿਸ਼ ਕਰਦੇ ਆ। ਐਸਾ ਗਰੀਬ ਨਿਵਾਜ ਸਤਿਗੁਰੂ ਜੀ ਦੇ ਬਚਨਾਂ ਦੇ ਵਿੱਚ ਬਲ ਹੈ। ਜੇ ਸ਼ਰਧਾ ਵਿਸ਼ਵਾਸ ਭਾਵਨਾ ਦੇ ਨਾਲ ਮਹਾਰਾਜ ਜੀ ਦਾ ਉਪਦੇਸ਼ ਸੁਣਦਾ ਹੈ ਨਾ, ਤੇ ਸਤਿਗੁਰੂ ਜੀ ਦੀ ਕਲਾ ਜ਼ਰੂਰ ਵਰਤਦੀ ਹੈ। ਹਜੂਰ ਦੇ ਗੁਰਬਾਣੀ ਅੰਦਰ ਬਚਨ ਹਨ, ਪੂਰੇ ਸਤਿਗੁਰੂ ਜੀ ਦੀ ਕਲਾ ਵਰਤਦੀ ਹੈ। ਪਰ ਜੇ ਸਿੱਖ ਭਾਵਨਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹੀ ਦਾ ਉਪਦੇਸ਼ ਸਰਵਣ ਕਰਦਾ, ਭਗਤ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ ਨਾ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾ ਮਹਿ ਚੂਕ, ਅੰਧੇ ਏਕ ਨਾ ਲਾਗੇ ਜਿਉ ਬਾਂਸ ਬਜਾਈਐ ਫੂਕ। ਉੱਥੇ ਸਤਿਗੁਰੂ ਜੀ ਦੀ ਕਲਾ ਵੀ ਭਲਾ ਕੀ ਵਰਤ ਸਕਦੀ ਹੈ। ਜੇ ਸਿੱਖ ਹੀ ਸੁਣਨ ਦੀ ਚਾਹਤ ਨਹੀਂ ਰੱਖਦਾ, ਸੁਣੇ ਨੂੰ ਵੀ ਅਣਸੁਣਾ ਕਰ ਦਿੰਦਾ, ਇੱਕ ਕੰਨ ਰਾਹੀਂ ਸੁਣ ਕੇ ਦੂਜੇ ਕੰਨ ਰਾਹੀਂ ਬਾਹਰ ਕੱਢ ਦਿੰਦਾ, ਉੱਥੇ ਸਤਿਗੁਰੂ ਜੀ ਦੀ ਕਲਾ ਭਾਵੇਂ ਕਿਹਦਾ ਭਲਾ ਕਿਵੇਂ ਵਰਤ ਸਕਦੀ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਸਤਿਗੁਰ ਮਿਲਿਆ ਆਪ ਗਿਆ। ਤੇ ਜਿਨ੍ਹਾਂ ਨੇ ਸਾਧ ਸੰਗਤ ਜੀ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਤਿਗੁਰਾਂ ਦਾ ਉਪਦੇਸ਼ ਸਰਵਣ ਕੀਤਾ, ਉਹਨਾਂ ਨੇ ਨਿਸ਼ਚੈ ਕਰਕੇ ਪ੍ਰਤੀਤ ਧਾਰਨ ਕਰ ਲਈ ਹੈ ਕਿ ਮਹਾਰਾਜ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਮਹਾਰਾਜ ਜਦੋਂ ਮੈਂ ਮੇਰੀ ਸੀ, ਉਦੋਂ ਤੁਹਾਡਾ ਸਰੂਪ ਨਹੀਂ ਸੀ ਸਾਨੂੰ ਨਜ਼ਰ ਆਉਂਦਾ। ਉਦੋਂ ਹਰ ਸਮੇਂ ਮੈਂ ਮੇਰੀ ਦੇ ਵਿੱਚ ਹੀ ਮਹਾਰਾਜ ਅਸੀਂ ਵਰਤਦੇ ਰਹਿੰਦੇ ਸਾਂ। ਅਬ ਤੂੰ ਹੀ ਮੈਂ ਨਾਹੀ। ਹੁਣ ਮਹਾਰਾਜ ਪਰਮੇਸ਼ਰ ਤੂੰ ਹੀ ਤੂੰ ਹੈ, ਸਭ ਕੁਝ ਤੇਰਾ ਹੀ ਤੇਰਾ ਹੈ। ਐਸਾ ਮਨ ਵਿੱਚ ਭਰੋਸਾ ਵੱਜ ਗਿਆ ਤੇ ਮਹਾਰਾਜ ਮੈਂ ਮੇਰੀ ਸਾਡੀ ਫਿਰ ਮਿਟ ਗਈ ਹੈ। ਹੇ ਅਕਾਲ ਪੁਰਖ ਪਰਮਾਤਮਾ, ਐਸੀ ਆਪ ਜੀ ਦੀ ਕਲਾ ਵਰਤੀ ਹੈ। ਪਰ ਇਹ ਦਾਤ ਸਤਿਗੁਰਾਂ ਦੇ ਉਪਦੇਸ਼ ਦੁਆਰਾ ਜੀਵ ਨੂੰ ਪ੍ਰਾਪਤ ਹੁੰਦੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਤਿਗੁਰ ਮਿਲਿਆ ਆਪ ਗਿਆ। ਉਹਨਾਂ ਦਾ ਆਪਾ ਭਾਵ ਚਲਾ ਗਿਆ ਹੈ, ਅਭਾਵ ਹੋ ਗਿਆ ਹੈ, ਹੰਕਾਰ ਤੋਂ ਰਹਿਤ ਹੋ ਗਏ ਨੇ। ਜਿਨ੍ਹਾਂ ਨੇ ਗਰੀਬ ਨਿਵਾਜ ਸਤਿਗੁਰੂ ਜੀ ਦਾ ਉਪਦੇਸ਼ ਸੁਣਿਆ, ਜੋ ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਨਾਲ ਮਿਲੇ ਹਨ। ਤ੍ਰੇ ਭਵਨ ਸੋਝੀ ਪਾਈ। ਤਿੰਨਾਂ ਭਵਨਾਂ ਦੀ ਉਹਨਾਂ ਨੇ ਸੋਝੀ ਪ੍ਰਾਪਤ ਕਰ ਲਈ ਹੈ। ਤਿੰਨਾਂ ਭਵਨਾਂ ਦਾ ਗਿਆਨ ਹਿਰਦੇ ਅੰਦਰ ਪ੍ਰਾਪਤ ਹੋ ਗਿਆ ਕਿ ਤਿੰਨਾਂ ਲੋਕਾਂ ਵਿੱਚ ਕੀ ਵਰਤਾਰਾ ਵਰਤਣ ਵਾਲਾ ਹੈ। ਪਹਿਲਾਂ ਕੀ ਵਰਤਦਾ ਸੀ, ਹੁਣ ਕੀ ਵਰਤ ਰਿਹਾ, ਆਉਣ ਵਾਲੇ ਸਮੇਂ ਵਿੱਚ ਕੀ ਵਰਤੇਗਾ। ਤਿੰਨਾਂ ਭਵਨਾਂ ਦੀ ਗਿਆਤ ਐਸੀ ਅੰਤਰਜਾਮਤਾ ਪ੍ਰਾਪਤ ਹੋ ਜਾਂਦੀ ਹੈ। ਹਿਰਦੇ ਅੰਦਰ ਮਹਾਰਾਜ ਪ੍ਰਕਾਸ਼ ਕਰ ਦਿੰਦੇ ਹਨ ਕਿ ਸੰਸਾਰ ਦੇ ਕਿਸੇ ਵੀ ਕੋਨੇ ਤੇ ਮਹਾਰਾਜ ਕਹਿੰਦੇ ਦੇਖ ਸਕਦੇ ਕੀ ਹੋਣ ਵਾਲਾ ਆਉਣ ਵਾਲੇ ਸਮੇਂ ਅੰਦਰ। ਐਸੀ ਪਰਮਾਤਮਾ ਦੀ ਭਗਤੀ ਕਰਕੇ ਹਿਰਦੇ ਅੰਦਰ ਪ੍ਰਕਾਸ਼ ਹੋ ਜਾਂਦਾ। ਤੇਰੇ ਭਵਨ ਸੋਝੀ ਪਾਈ। ਤਿੰਨਾਂ ਨੇ ਮਹਾਰਾਜ ਸਾਹਿਬ ਜੀ ਤੋਂ ਤਿੰਨਾਂ ਭਵਨਾਂ ਦਾ ਗਿਆਨ ਪ੍ਰਾਪਤ ਕਰ ਲਿਆ ਹੈ। ਨਿਰਮਲ ਜੋਤ ਪਸਰ ਰਹੀ। ਹਜੂਰ ਕਹਿੰਦੇ ਉਹਨਾਂ ਦੀ ਨਜ਼ਰਾਂ ਦੇ ਵਿੱਚ ਪਰਮਾਤਮਾ ਦੇ ਉਜਲ ਸਰੂਪ ਦੀ ਜੋਤ ਵਰਤ ਰਹੀ, ਸਭ ਥਾਵਾਂ ਤੇ ਦਿਸਦੀ ਹੈ। ਉਹਨਾਂ ਗੁਰਮੁਖਾਂ ਬ੍ਰਹਮ ਬੇਤਿਆਂ ਦੀ ਦ੍ਰਿਸ਼ਟੀ ਵਿੱਚ ਕੇਵਲ ਪਰਮਾਤਮਾ ਦੀ ਜੋਤ ਹੀ ਨਜ਼ਰ ਆਉਂਦੀ ਹੈ ਕਿ ਜਿੱਥੇ ਵੀ ਦੇਖਦੇ ਉੱਥੇ ਪ੍ਰਮਾਤਮਾ ਦੀ ਉਜਲ ਪ੍ਰਕਾਸ਼ ਸਰੂਪ ਹੀ ਦਿਸਦਾ ਹੈ। ਜੋਤੀ ਜੋਤ ਮਿਲਾਈ। ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਉਹਨਾਂ ਵਡਭਾਗੇ ਪੁਰਖਾਂ ਦੀ ਜੋਤ ਨੂੰ ਆਪਣੇ ਜੋਤੀ ਸਰੂਪ ਦੇ ਵਿੱਚ ਮਿਲਾਵਣਾ ਕੀਤਾ। ਜਿਵੇਂ ਸੂਰਜ ਦੀਆਂ ਕਿਰਨਾਂ ਨਿਕਲਦੀਆਂ ਨੇ, ਸਤ ਸੰਗਤ ਜੀ ਧਰਤੀ ਦੇ ਪ੍ਰਤੀਬਿੰਬ ਪੈਂਦਾ, ਪ੍ਰਕਾਸ਼ ਹੁੰਦਾ। ਫਿਰ ਜਦੋਂ ਸੂਰਜ ਛਿਪਦਾ, ਉਹ ਸਾਰੀਆਂ ਸੂਰਜ ਦੇ ਵਿੱਚ ਹੀ ਜਾ ਕਰਕੇ ਮਿਲ ਜਾਂਦੀਆਂ ਨੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਗੁਰਮੁਖਾਂ ਦੇ ਜਿਹੜੇ ਜੋਤ ਹੈ ਨਾ, ਸਤ ਸੰਗਤ ਜੀ ਕਿਰਨਾਂ ਦੀ ਤਰ੍ਹਾਂ ਨੇ ਸੰਸਾਰ ਅੰਦਰ।
ਜੋ ਗਿਆਨ ਦਾ ਪ੍ਰਕਾਸ਼ ਬਣਦੀਆਂ ਨੇ। ਤੇ ਜਦੋਂ ਪੰਜ ਭੌਤਿਕ ਸਰੀਰ ਨੂੰ ਤਿਆਗਦੇ ਗੁਰਮੁਖ ਪਿਆਰੇ, ਫਿਰ ਉਸ ਪਰਮਾਤਮਾ ਦੇ ਵਿੱਚ ਜਾ ਕੇ ਮਿਲ ਜਾਂਦੇ, ਅਭੇਦ ਹੋ ਜਾਂਦੇ ਹਨ। ਸਤਿਗੁਰੂ ਜੀ ਦਾ ਬਚਨ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉਹਨਾਂ ਦੀ ਜੀਵਨ ਯਾਤਰਾ ਸੰਪੂਰਨ ਹੋ ਜਾਂਦੀ ਹੈ ਜੋ ਮਹਾਰਾਜ ਸੱਚੇ ਪਾਤਸ਼ਾਹੀ ਦਾ ਉਪਦੇਸ਼ ਸੁਣ ਕੇ ਜੀਵਨ ਦੇ ਵਿੱਚ ਕਮਾਈ ਕਰਦੇ ਹਨ। ਐਸੇ ਗੁਰਮੁਖਾਂ ਦੇ ਪ੍ਰਥਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ। ਉਹਨਾਂ ਦੀ ਜੋਤ ਨੂੰ ਪਰਮਾਤਮਾ ਨੇ ਆਪਣੀ ਜੋਤ ਦੇ ਵਿੱਚ ਮਿਲਾ ਲਿਆ, ਆਪਣੇ ਸਰੂਪ ਦੇ ਵਿੱਚ ਅਭੇਦ ਕਰ ਲਿਆ ਹੈ। ਪੂਰੇ ਗੁਰ ਸਮਝਾਇਆ, ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਨੇ ਸਮਝਾਇਆ, ਸਿੱਖਿਆ ਦਿੱਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਸੱਚੀ ਤੇ ਪਰਮ ਸਿੱਖਿਆ ਸਮਝਾ ਦਿੱਤੀ ਹੈ। ਮਤ ਉਤਮ ਹੋਈ, ਉਹਨਾਂ ਦੀ ਵਿਸ਼ੇ ਵਿਕਾਰਾਂ ਵਾਲੀ ਮਤ ਹਟ ਗਈ ਤੇ ਮਤ ਉੱਤਮ ਹੋ ਗਈ ਹੈ। ਤਿੰਨਾਂ ਦੀ ਸੰਸਾਰ ਦੇ ਵਿਸ਼ੇ ਵਿਸ਼ੈਣੇ ਦੀ ਮਤ ਚਲੀ ਗਈ ਹੈ ਤੇ ਤਿੰਨਾਂ ਨੇ ਸਾਧ ਸੰਗਤ ਜੀ ਉੱਤਮ ਮਤ ਦੀ ਪ੍ਰਾਪਤੀ ਕਰ ਲਈ, ਆਤਮ ਵਿਸ਼ੈਣੀ ਬੁੱਧ ਨੂੰ ਪਾ ਲਿਆ ਹੈ। ਜਿਸ ਆਤਮਿਕ ਬੁੱਧ ਦੀ ਪ੍ਰਾਪਤੀ ਕਰਨੇ ਦੇ ਲਈ ਸੰਸਾਰ ਦੇ ਤਮਾਮ ਜੀਵ ਯਤਨ ਕਰਦੇ ਰਹਿੰਦੇ ਹਨ, ਪਰ ਮਹਾਰਾਜ ਕਹਿੰਦੇ ਸਤਿਗੁਰੂ ਜੀ ਤੋਂ ਬਿਨਾਂ ਉਹ ਉੱਤਮ ਮਤ ਕਦਾਚਿਤ ਵੀ ਪ੍ਰਾਪਤ ਨਹੀਂ ਹੋ ਸਕਦੀ। ਜਿਨ੍ਹਾਂ ਸਿੱਖਾਂ ਨੇ ਮਹਾਰਾਜ ਸਾਹਿਬ ਜੀ ਦੇ ਸਨਮੁਖ ਹੋ ਕਰਕੇ ਬੇਨਤੀ ਕੀਤੀ ਹੈ, ਹੇ ਮਹਾਰਾਜ ਕਿਰਪਾ ਕਰੋ, ਐਸੀ ਸਾਨੂੰ ਮਤ ਬਖਸ਼ਿਸ਼ ਕਰੋ ਜਿਸ ਕਰਕੇ ਸਦਾ ਹੀ ਆਪ ਜੀ ਦਾ ਜਸ ਗਾਉਂਦੇ ਰਹੀਏ। ਤੁਮ ਕਰਹੁ ਦਇਆ ਮੇਰੇ ਸਾਈ, ਐਸੀ ਮਤ ਦੀਜਾ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਮਹਾਰਾਜ ਐਸੀ ਉੱਤਮ ਮਤ ਸਾਨੂੰ ਬਖਸ਼ਿਸ਼ ਕਰੋ। ਉਹ ਬਾਰ-ਬਾਰ ਉੱਤਮ ਸਮਤ ਦੇ ਵੀ ਚਰਨਾਂ ਵਿੱਚ ਬੇਨਤੀਆਂ ਕਰਦੇ ਨੇ, ਉੱਤਮ ਮਤ ਮੇਰੇ ਹਿਰਦੈ ਤੋਂ ਆਵੋ, ਧਿਆਵੋ ਗਾਵੋ ਪ੍ਰੀਤਮ ਆਪਣਾ, ਆਤ ਪ੍ਰੀਤਮ ਮੋਹ ਲਾਗੈ ਨਾਉ। ਹੇ ਉੱਤਮ ਮਤ, ਹੇ ਚੰਗੀ ਬੁੱਧ, ਮੇਰੇ ਹਿਰਦੇ ਵਿੱਚ ਆ ਕਰਕੇ ਨਿਵਾਸ ਕਰ, ਜਿਸ ਕਰਕੇ ਮੈਂ ਪਰਮਾਤਮਾ ਦੇ ਗੁਣਾਂ ਨੂੰ ਗਾਵਾਂ। ਹੇ ਚੰਗੀ ਬੁੱਧ, ਮੇਰੇ ਹਿਰਦੇ ਅੰਦਰ ਆ ਕਰਕੇ ਪ੍ਰਵੇਸ਼ ਕਰ, ਜਿਸ ਕਰਕੇ ਵਾਹਿਗੁਰੂ ਦਾ ਨਾਮ ਮੈਨੂੰ ਚੰਗਾ ਲੱਗਣ ਲੱਗ ਪਏ। ਕਿਉਂਕਿ ਜਦੋਂ ਤੱਕ ਮਨੁੱਖ ਦੀ ਮਤ ਮੈਲੀ ਹੁੰਦੀ ਹੈ ਨਾ, ਉਦੋਂ ਸਾਧ ਸੰਗਤ ਜੀ ਉਦੋਂ ਤੱਕ ਪਰਮੇਸ਼ਰ ਦਾ ਉਜਲ ਨਾਮ ਚੰਗਾ ਨਹੀਂ ਲੱਗਦਾ। ਮਤ ਉਜਲ ਹੋ ਜਾਵੇ ਤੇ ਪਰਮੇਸ਼ਰ ਦਾ ਨਾਮ ਫਿਰ ਮਨ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ, ਪੂਰਾ ਗੁਰ ਸਮਝਾਇਆ ਮਤ ਉਤਮ ਹੋਈ। ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝ ਦੇ ਦਿੱਤੀ, ਸਮਝਾ ਦਿੱਤਾ, ਉਪਦੇਸ਼ ਹਿਰਦੇ ਅੰਦਰ ਵਸਾ ਦਿੱਤਾ, ਉਹਨਾਂ ਦੀ ਮਤ ਸੰਸਾਰ ਤੋਂ ਉਪਰਾਮ ਹੋ ਗਈ ਹੈ। ਉਤਮ ਤੋਂ ਭਾਵ ਉਪਰਾਮ। ਜਦੋਂ ਤੱਕ ਮਨੁੱਖ ਸੰਸਾਰਾਕਾਰ ਹੋ ਕਰਕੇ ਰਹਿੰਦਾ, ਉਦੋਂ ਤੱਕ ਬ੍ਰਹਮ ਦੇ ਵਿੱਚ ਲੀਨ ਨਹੀਂ ਹੋ ਸਕਦਾ। ਸੰਸਾਰ ਤੋਂ ਉਪਰਾਮ ਹੋ ਜਾਵੇ, ਮਤ ਉੱਤਮ ਕਰ ਲਵੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਬ੍ਰਹਮ ਦੇ ਵਿੱਚ ਨਿਵਾਸ ਕਰ ਲੈਂਦਾ ਹੈ। ਅੰਤਰ ਸੀਤਲ ਸ਼ਾਂਤ ਹੋਏ, ਉਹਨਾਂ ਗੁਰਮੁਖ ਪਿਆਰਿਆਂ ਦਾ ਹਿਰਦਾ ਅੰਤਰ ਆਤਮੇ ਸ਼ਾਂਤ ਹੋ ਜਾਂਦਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਐਸੀ ਬਖਸ਼ਿਸ਼ ਕਰ ਦਿੰਦੇ ਆ, ਉਹ ਮਨ ਕਰਕੇ ਤਨ ਕਰਕੇ ਸੀਤਲ ਹੋਏ ਰਹਿੰਦੇ ਹਨ। ਨਾਮੇ ਸੁਖ ਹੋਈ, ਕਿਉਂਕਿ ਉਹਨਾਂ ਨੇ ਨਾਮ ਕਰਕੇ ਪਰਮਾਤਮਾ ਦੇ ਸੁਖ ਸਰੂਪ ਨੂੰ ਪ੍ਰਾਪਤ ਕਰ ਲਿਆ। ਨਾਮੇ ਸੁਖ ਹੋਈ, ਜਿਨ੍ਹਾਂ ਨੇ ਨਾਮ ਜਪ ਕਰਕੇ ਵਾਹਿਗੁਰੂ ਦੇ ਸੁਖ ਸਰੂਪ ਆਨੰਦ ਦੀ ਪ੍ਰਾਪਤੀ ਕਰ ਲਈ ਹੈ, ਉਹ ਮਨ ਕਰਕੇ ਤਨ ਕਰਕੇ ਕਦੇ ਵੀ ਸੜਦੇ ਨਹੀਂ ਹਨ। ਉਹਨਾਂ ਦਾ ਮਨ ਸਦਾ ਹੀ ਸ਼ਾਂਤ ਰਹਿੰਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਮਨ ਸਦਾ ਹੀ ਸੀਤਲ ਹੋਇਆ ਰਹਿੰਦਾ ਹੈ। ਪੂਰਾ ਸਤਿਗੁਰ ਤਾਂ ਮਿਲੈ, ਜੀਵਨ ਅੰਦਰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਤਾਂ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਲ ਤਾਂ ਹੀ ਜੀਵ ਦਾ ਮਿਲਾਪ ਹੁੰਦਾ ਹੈ। ਜਾਂ ਨਦਰ ਕਰੇ, ਜੇ ਪ੍ਰਮਾਤਮਾ ਕਿਰਪਾ ਦੀ ਨਦਰ ਕਰੇ, ਅਕਾਲ ਪੁਰਖ ਵਾਹਿਗੁਰੂ ਜੀਵ ਤੇ ਮਿਹਰ ਕਰੇ, ਤਾਂ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਾਪ ਹੁੰਦਾ ਹੈ। ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਜਿਨ ਮਸਤਕ ਧੁਰ ਹਰ ਲਿਖਿਆ, ਤਿਨਾ ਸਤਿਗੁਰ ਮਿਲਿਆ ਰਾਮ ਰਾਜੇ।
ਉਹ ਪੂਰੇ ਸਤਿਗੁਰੂ ਜੀ ਦੇ ਨਾਲ ਮਿਲੇ ਨੇ, ਜਿਨ੍ਹਾਂ ਨੇ ਤੁਰੋਂ ਹੀ ਪ੍ਰਮਾਤਮਾ ਦੇ ਮਸਤਕ ਦੇ ਲੇਖ ਲਿਖ ਕਰਕੇ ਪਾਏ ਹਨ। ਕੇਲ ਵਿਖ ਪਾਪ ਸਭ ਕੱਟੀ ਹੈ। ਉਹਨਾਂ ਸੰਸਾਰ ਦੇ ਜੀਵਾਂ ਦੇ ਬੱਜਰ ਪਾਪ ਕੀਤੇ ਹੀ ਪੂਰਬਲੇ ਕਰਮਾਂ ਦੇ ਜਨਮਾਂ ਜਨਮਾਂਤਰਾਂ ਦੇ ਪਾਪ ਸਭ ਕੱਟੇ ਗਏ ਹਨ। ਫਿਰ ਦੁੱਖ ਬਿਗਨ ਨਾ ਹੋਈ। ਦੁਬਾਰਾ ਉਹਨਾਂ ਨੂੰ ਮਹਾਰਾਜ ਕਹਿੰਦੇ ਕਦੇ ਨਾ ਤਾਂ ਸੰਸਾਰ ਦਾ ਜੰਮਣ ਮਰਨ ਦਾ ਦੁੱਖ ਲੱਗਾ, ਨਾ ਕੋਈ ਜ਼ਿੰਦਗੀ ਵਿੱਚ ਕੋਈ ਵਿਘਨ ਕੋਈ ਰੁਕਾਵਟ ਪੈਣਾ ਕੀਤੀ ਹੈ। ਪਰਮੇਸ਼ਰ ਦੀ ਪ੍ਰਾਪਤੀ ਦੇ ਵਿੱਚ ਵੀ ਔਗਣਾਂ ਦੀ, ਵਿਕਾਰਾਂ ਦੀ, ਪਾਪ ਕਰਮਾਂ ਦੀ, ਮੈਲ ਦੀ ਕੋਈ ਵੀ ਰੁਕਾਵਟ ਨਹੀਂ ਬਣੀ, ਜਿਨ੍ਹਾਂ ਨੇ ਪੂਰੀ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ ਲਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਜਨਮਾਂ ਜਨਮਾਂਤਰਾਂ ਦੇ ਪਾਪ ਕੱਟ ਦਿੰਦੇ ਹਨ। ਸਤ ਸੰਗਤ ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਤੇ ਇਹਨਾਂ ਨੂੰ ਬਚਨ ਯਾਦ ਹੋਵੇਗਾ ਪੰਜ ਪਿਆਰੇ ਸਾਹਿਬਾਨਾਂ ਦਾ। ਜਦੋਂ ਗੁਰਮਰਜ਼ਾਦਾ ਦ੍ਰਿੜ ਕਰਵਾਉਂਦੇ ਆ ਨਾ ਪੰਜ ਪਿਆਰੇ ਸਾਹਿਬਾਨ, ਇਹ ਬਚਨ ਕਰਦੇ ਹੋਇਆ ਕਿ ਖਾਲਸਾ ਜੀ ਗੁਰੂ ਘਰ ਦੇ ਵਿੱਚ ਅੱਜ ਤੁਹਾਡਾ ਜਨਮ ਹੋਇਆ ਹੈ। ਅੱਜ ਗੁਰੂ ਘਰ ਦੇ ਵਿੱਚ ਤੁਹਾਡਾ ਜਨਮ ਹੋਇਆ। ਪਿਛਲੇ ਕੀਤੇ ਹੋਏ ਸਾਰੇ ਗੁਨਾਹ, ਕੀਤੇ ਹੋਏ ਪਾਪ ਕਰਮ ਤੁਹਾਡੇ ਮੁਆਫ ਕੀਤੇ ਗਏ। ਗੁਰੂ ਘਰ ਦੇ ਵਿੱਚ ਅਗਾਂਹ ਵਾਸਤੇ ਸੁਚੇਤ ਹੋ ਕਰਕੇ ਜੀਵਨ ਨਿਰਵਾਹ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਕਰਨ ਧਾਰਨ ਕਰਨ ਦੇ ਨਾਲ ਸਾਰੇ ਪਾਪ ਕਰਮ ਸਤਿਗੁਰੂ ਜੀ ਕੱਟ ਦਿੰਦੇ ਹਨ। ਭਾਈ ਦਿਆਲ ਦਾਸ ਜੀ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਨਾ, ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜੂਰ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਬਠਿੰਡੇ ਵੱਲ ਜਾ ਰਹੇ ਨੇ, ਹਜੂਰ ਦੇ ਚਰਨਾਂ ਵਿੱਚ ਰਸਤੇ ਵਿੱਚ ਬੇਨਤੀ ਕੀਤੀ, ਮਹਾਰਾਜ ਮੈਂ ਆਪਣੇ ਹੱਥੀਂ ਲੰਗਰ ਪ੍ਰਸ਼ਾਦ ਤਿਆਰ ਕੀਤਾ ਹੈ, ਛਕ ਲਓ। ਹਜੂਰ ਨੇ ਵਚਨ ਕੀਤਾ ਸੀ, ਕਹਿਣ ਲੱਗੇ ਤੂੰ ਅੰਮ੍ਰਿਤ ਨਹੀਂ ਪਾਨ ਕੀਤਾ, ਇਸ ਕਰਕੇ ਤੇਰੇ ਇੱਥੋਂ ਅਸੀਂ ਪ੍ਰਸ਼ਾਦਾ ਨਹੀਂ ਛਕਾਂਗੇ। ਪਹਿਲਾਂ ਗੁਰੂ ਵਾਲਾ ਬਣ, ਤੂੰ ਨਿਗੋਰਾ ਹੈ, ਨਿਗਰੇ ਪੁਣੀ ਦੀ ਬਦਬੂ ਤੇਰੇ ਤੋਂ ਆ ਰਹੀ ਹੈ, ਇਸ ਕਰਕੇ ਤੇਰੇ ਹੱਥਾਂ ਦਾ ਤਿਆਰ ਕੀਤਾ ਹੋਇਆ ਪ੍ਰਸ਼ਾਦਾ ਅਸੀਂ ਨਹੀਂ ਛਕਣ ਵਾਲੇ। ਤੇ ਬਾਰ-ਬਾਰ ਬੇਨਤੀਆਂ ਕਰੀ ਗਿਆ। ਮਨ ਪਹਿਲਾਂ ਢੱਠ ਗਿਆ ਸੀ, ਪਰ ਫਿਰ ਸਿੰਘਾਂ ਦੇ ਕਹਿਣ ਨੇ ਕਿ ਸਤਿਗੁਰੂ ਜੀ ਬੜੇ ਦਇਆਵਾਨ ਨੇ, ਤੂੰ ਬੇਨਤੀਆਂ ਕਰੀ ਜਾਂ, ਮਹਾਰਾਜ ਜ਼ਰੂਰ ਕਿਰਪਾ ਕਰਕੇ ਸੁਣਨਗੇ। ਨਾਲ ਹੀ ਸਾਧ ਸੰਗਤ ਜੀ ਗੱਡਿਆਂ ਦੇ ਲੰਗਰ ਪ੍ਰਸ਼ਾਦ ਜਿਹੜਾ ਸੀਗਾ ਲੱਦ ਲਿਆ ਤੇ ਰਸਤੇ ਵਿੱਚ ਜਾਂਦਿਆਂ ਹੋਏ ਇੱਥੋਂ ਤੱਕ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਘੋੜੇ ਨੇ ਵੀ ਪਾਣੀ ਤੱਕ ਨਹੀਂ ਸੀਗਾ ਪੀਤਾ ਦਿਆਲ ਦਾਸ ਜੀ ਦੇ ਹੱਥੋਂ। ਰਸਤੇ ਵਿੱਚ ਪਿਆਸ ਲੱਗੀ, ਪਾਣੀ ਲੈ ਕਰਕੇ ਡਿੱਗੀ ਲੈ ਕੇ ਅੱਗੇ ਆ ਗਿਆ ਸੀ ਤੇ ਘੋੜੇ ਨੇ ਵੀ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ ਸੀ। ਤੇ ਜਦੋਂ ਦਮਦਮਾ ਸਾਹਿਬ ਪਹੁੰਚੇ ਫਿਰ ਜਾਗ ਕਰਕੇ ਬੇਨਤੀ ਕੀਤੀ, ਕਿੰਨੇ ਹੀ ਦਿਨਾਂ ਦਾ ਜਿਹੜਾ ਪ੍ਰਸ਼ਾਦਾ ਤਿਆਰ ਕੀਤਾ ਹੈ। ਇਤਿਹਾਸਕਾਰਾਂ ਨੇ ਇੱਥੋਂ ਤੱਕ ਲਿਖਿਆ ਕਿ ਕਿੰਨੇ ਦਿਨਾਂ ਬਾਅਦ ਉਹਦੇ ਵਿੱਚ ਸਾਧ ਸੰਗਤ ਜੀ ਕੀੜੀ ਸਾਧ ਸੰਗਤ ਪੈਦਾ ਹੋ ਗਈ ਸਨ। ਗੱਡਿਆਂ ਤੇ ਨਾਲ ਇੱਦਾਂ ਹੀ ਲੈ ਕਰਕੇ ਤੁਰੇ ਜਾ ਰਹੇ ਸੀ। ਤੇ ਜਦੋਂ ਹਜੂਰ ਨੇ ਫਿਰ ਬਚਨ ਕੀਤਾ, ਕਹਿੰਦੇ ਕਿ ਤੈਨੂੰ ਅਸੀਂ ਪਹਿਲਾਂ ਵੀ ਬਚਨ ਕਰ ਚੁੱਕੇ ਹਾਂ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ ਤਾਂ ਫਿਰ ਤੇਰੇ ਹੱਥੋਂ ਪ੍ਰਸ਼ਾਦਾ ਛਕਾਂਗੇ। ਦਮਦਮਾ ਸਾਹਿਬ ਦੀ ਧਰਤੀ ਤੇ ਪਰਿਵਾਰ ਸਮੇਤ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਛਕੀ ਤੇ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ, ਹੁਣ ਪ੍ਰਸ਼ਾਦਾ ਲੈ ਕੇ ਆ, ਹੁਣ ਅਸੀਂ ਛਕਦੇ ਹਾਂ। ਤੇ ਜਦੋਂ ਪ੍ਰਸ਼ਾਦਾ ਲਿਆਂਦਾ ਐਸੀ ਕਲਾ ਵਰਤੀ ਜਿਵੇਂ ਹੁਣੇ ਨਵਾਂ ਹੁਣੇ ਪ੍ਰਸ਼ਾਦਾ ਤਿਆਰ ਕੀਤਾ ਹੋਵੇ, ਤਾਜ਼ਾ ਪ੍ਰਸ਼ਾਦਾ ਜਿਵੇਂ ਤਿਆਰ ਕੀਤਾ ਹੁੰਦਾ। ਤੇ ਸਾਧ ਸੰਗਤ ਰਾਤ ਜਦੋਂ ਵਿਸ਼ਰਾਮ ਕੀਤਾ ਨਾ, ਭਾਈ ਦਿਆਲ ਦਾਸ ਤੋਂ ਦਿਆਲ ਸਿੰਘ ਸੱਜ ਕਰਕੇ ਰਾਤ ਬੜੇ ਬੜੇ ਭਿਆਨਕ ਸੁਪਨੇ ਆਉਂਦੇ ਰਹੇ। ਸਵੇਰੇ ਅੱਖਾਂ ਮਲਦਾ ਹੋਇਆ ਮਹਾਰਾਜ ਜੀ ਦੇ ਸਨਮੁਖ ਆਇਆ, ਹਜੂਰ ਦਾ ਦੀਵਾਨ ਸਜਿਆ ਹੋਇਆ ਸੀ ਤੇ ਅੰਤਰਜਾਮੀ ਮਹਾਰਾਜ ਕਹਿੰਦੇ, ਭਾਈ ਦਿਆਲ ਸਿੰਘ ਤੇਰਾ ਮੁਖ ਬੜਾ ਮੁਰਝਾਇਆ ਹੋਇਆ, ਕੀ ਕਾਰਨ ਹੈ? ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਚੰਗਾ ਤੁਸੀਂ ਅੰਮ੍ਰਿਤ ਛਕਾਇਆ, ਮੈਨੂੰ ਤਾਂ ਸੁਪਨੇ ਬੜੇ ਭਿਆਨਕ ਆਉਂਦੇ ਰਹੇ ਰਾਤ ਸੁੱਤਿਆ ਹੋਇਆ। ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਦਿਆਲ ਸਿੰਘ ਇਹ ਜਿੰਨੇ ਵੀ ਤੂੰ ਸੁਪਨੇ ਦੇਖੇ ਨਾ ਰਾਤ ਸੁੱਤਿਆ ਹੋਇਆ, ਇੰਨੇ ਤੂੰ ਜਨਮ ਧਾਰਨ ਕਰਨੇ ਸਨ। ਜਨਮ ਲੈ ਕੇ ਮਰਨਾ ਸੀ, ਫਿਰ ਜਨਮ ਧਾਰਨ ਕਰਨਾ ਸੀ, ਕਦੇ ਸੱਪਾਂ ਦੀਆਂ ਜੂਨਾਂ ਵਿੱਚ, ਕਦੇ ਠੋਈਆਂ ਦੀਆਂ, ਕਦੇ ਹੋਰ ਕੀੜਿਆਂ ਮਕੌੜੀਆਂ ਦੀਆਂ ਜੂਨਾਂ ਵਿੱਚ ਜਨਮ ਧਾਰਨ ਕਰਨੇ ਸੀ। ਤੂੰ ਗੁਰੂ ਸ਼ਰਨ ਧਾਰਨ ਕਰ ਲਈ, ਸਾਡਾ ਬਚਨ ਮੰਨ ਕੇ ਅੰਮ੍ਰਿਤ ਪਾਨ ਕਰ ਲਿਆ, ਪੰਜਾਂ ਪਿਆਰਿਆਂ ਤੋਂ ਪਾਹੁਲ ਛਕ ਲਈ ਹੈ, ਇਸ ਕਰਕੇ ਸਾਰੇ ਜਨਮ ਤੇਰੇ ਸੁਪਨੇ ਦੇ ਵਿੱਚ ਭੁਗਤਾ ਦਿੱਤੇ ਹਨ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ
ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਕਿਲ ਵਿਕ ਪਾਪ ਸਭ ਕੱਟੀਐ, ਫਿਰ ਦੁੱਖ ਬਿਘਨ ਨਾ ਹੋਈ। ਨਾ ਤਾਂ ਜੰਮਣ ਮਰਨ ਦਾ ਦੁੱਖ ਹੁੰਦਾ ਹੈ, ਨਾ ਕੋਈ ਔਕੜ ਆ ਕਰਕੇ ਜੀਵ ਦੀ ਅੱਗੇ ਰੁਕਾਵਟ ਬਣਦੀ ਹੈ। ਜੇਕਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕਰ ਲੈਂਦਾ, ਗੁਰੂ ਵਾਲਾ ਬਣ ਜਾਂਦਾ ਹੈ। ਆਪਣੇ ਹੱਥ ਵਡਿਆਈਆ, ਸਭ ਵਡਿਆਈਆਂ ਪ੍ਰਮਾਤਮਾ ਦੇ ਹੱਥਾਂ ਵਿੱਚ ਹਨ। ਹੱਥਾਂ ਦੀਆਂ ਹਥੇਲੀਆਂ ਤੇ ਟਿਕਾ ਕਰਕੇ ਬੈਠਾ ਹੈ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਾਰ ਤਲ ਧਰਿਆ। ਪ੍ਰਮਾਤਮਾ ਹੱਥਾਂ ਦੀਆਂ ਹਥੇਲੀਆਂ ਤੇ ਟਿਕਾ ਕਰਕੇ ਬੈਠਾ ਹੈ। ਕੋਈ ਸਿੱਖ ਆਵੇ ਭਾਵਨਾ ਵਾਲਾ, ਅਸੀਂ ਉਹਦੀ ਝੋਲੀ ਵਿੱਚ ਦਾਤ ਪਾ ਦੇਈਏ। ਸ਼ਰਧਾ ਰੂਪ ਝੋਲੀ ਅੱਡ ਕਰਕੇ ਬੇਨਤੀ ਕਰੇ, ਅਸੀਂ ਬਿਨਾਂ ਦੇਰੀ ਤੋਂ ਉਹਦੀ ਦਾਤ ਝੋਲੀ ਵਿੱਚ ਪਾ ਦੇਈਏ। ਪਰ ਸਿੱਖ ਨੂੰ ਮੰਗਣ ਦੀ ਜਾਚ ਹੀ ਨਹੀਂ ਅਜੇ ਤੱਕ ਆਈ। ਦਰ ਦਰ ਤੇ ਠੋਕਰਾਂ ਖਾਂਦਾ ਫਿਰਦਾ, ਇੱਕ ਥਾਂ ਤੇ ਭਰੋਸਾ ਨਹੀਂ ਰੱਖਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ। ਗਰੀਬ ਨਵਾਜ ਮਹਾਰਾਜ ਕਹਿੰਦੇ, ਆਪਣੇ ਹੱਥ ਵਡਿਆਈਆਂ। ਪ੍ਰਮਾਤਮਾ ਦੇ ਆਪਣੇ ਹੱਥਾਂ ਵਿੱਚ ਸਭ ਵਡਿਆਈਆਂ ਹਨ। ਦੇ ਨਾਮੇ ਲਾਏ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਜਸ ਗਾਉਣ ਦੀ ਵਡਿਆਈ ਦਿੱਤੀ, ਉਹਨੂੰ ਨਾਮ ਦੇ ਨਾਲ ਲਾ ਦਿੱਤਾ। ਆਪਣੇ ਨਾਮ ਰੂਪ ਚਰਨਾਂ ਦੇ ਨਾਲ ਉਸ ਨੂੰ ਲਗਾ ਲਿਆ ਹੈ, ਜੋੜ ਲਿਆ ਹੈ। ਉਹ ਮਨ ਬਾਣੀ ਸਰੀਰ ਕਰਕੇ ਨਾਮ ਜਪਦਾ ਹੈ। ਕਿਉਂਕਿ ਇਹ ਨਾਮ ਜਪਣ ਦੀ ਵੀ ਸਾਧ ਸੰਗਤ ਜੀ ਸਭ ਤੋਂ ਵੱਡੀ ਵਡਿਆਈ ਹੈ। ਜਿੱਥੇ ਹੋਰ ਸੰਸਾਰ ਦੀਆਂ ਵਡਿਆਈਆਂ ਨੇ, ਉੱਥੇ ਸਭ ਤੋਂ ਪਰਮ ਤੇ ਉੱਤਮ ਪਰਮਾਤਮਾ ਦੇ ਨਾਮ ਜਪਣ ਦੀ ਵਡਿਆਈ ਹੈ। ਨਾਨਕ ਨਾਮ ਨਿਧਾਨ ਮਨ ਵਸਿਆ। ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦਾ ਨਾਮ 9 ਨਿਧੀਆਂ ਦਾ ਖਜ਼ਾਨਾ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਵਸ ਗਿਆ, ਜਿਨ੍ਹਾਂ ਦੇ ਹਿਰਦੇ ਰੂਪ ਘਰ ਦੇ ਵਿੱਚ ਪਰਮੇਸ਼ਰ ਦਾ ਨਾਮ ਦਾ ਖਜ਼ਾਨਾ ਵਸਿਆ ਹੈ। ਵਡਿਆਈ ਪਾਏ, ਹੇ ਗੁਰਸਿੱਖੋ, ਉਹਨਾਂ ਨੇ ਸਰੂਪ ਰੂਪੀ ਵਡਿਆਈ ਨੂੰ ਪਾ ਲਿਆ ਹੈ। ਤਿਨਾਂ ਨੇ ਪ੍ਰਮਾਤਮਾ ਨੂੰ ਹੀ ਪਾ ਲਿਆ, ਜਿਨ੍ਹਾਂ ਨੇ ਨਾਮ ਦਾ ਖਜ਼ਾਨਾ ਸਾਂਭ ਕੇ ਰੱਖਿਆ। ਜਿਵੇਂ ਸਾਧ ਸੰਗਤ ਜੀ ਪਿਤਾ ਦੀ ਜਿਹੜੀ ਦਿੱਤੀ ਹੋਈ ਦਾਤ ਹੈ ਨਾ, ਪੁੱਤਰ ਸਾਂਭ ਕੇ ਰੱਖੇ ਤੇ ਪਿਤਾ ਦੀਆਂ ਖੁਸ਼ੀਆਂ ਲੈ ਲੈਂਦਾ, ਫਿਰ ਆਪਣੀ ਗੋਰ ਦੇ ਵਿੱਚ ਬੜੇ ਲਾਡ ਦੇ ਨਾਲ ਬਿਠਾਉਂਦਾ। ਪਿਤਾ ਬੜਾ ਹੀ ਪਿਆਰ ਕਰਦਾ। ਤੇ ਜੇ ਸਾਧ ਸੰਗਤ ਜੀ ਦਿੱਤੀ ਹੋਈ ਦਾਤ ਨੂੰ ਨਾ ਸਾਂਭ ਕਰਕੇ ਰੱਖੇ, ਭੁਲਾਈ ਛੱਡੇ, ਅਜਾਈਂ ਗਵਾ ਦੇਵੇ, ਉਹ ਪੁੱਤਰ ਕਦੇ ਪਿਤਾ ਦੀ ਖੁਸ਼ੀ ਨਹੀਂ ਪ੍ਰਾਪਤ ਕਰ ਸਕਦਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਨੂੰ ਹਿਰਦੇ ਰੂਪ ਘਰ ਵਿੱਚ ਸਾਂਭ ਕੇ ਰੱਖਿਆ ਨਾ, ਸਭ ਤੋਂ ਅਮੋਲਕ ਦਾਤ ਜਾਣ ਕਰਕੇ ਕਿ ਇਹਦੀ ਸਮਸਤ ਕੋਈ ਵੀ ਦੁਨੀਆ ਦੀ ਦਾਤ ਪੁੱਜ ਨਹੀਂ ਸਕਦੀ, ਪਰਮਾਤਮਾ ਨੇ ਆਪਣੀ ਸਰੂਪ ਰੂਪੀ ਵਡਿਆਈ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤੀ ਹੈ। ਆਸਾ ਮਹੱਲਾ ਤੀਜਾ। ਸੁਣ ਮਨ ਮਨ ਵਸਾਏ ਤੂੰ। ਹਜੂਰ ਅਗਲੇ ਸ਼ਬਦ ਅੰਦਰ ਉਪਦੇਸ਼ ਦੇ ਰਹੇ ਹਨ। ਹੇ ਮਨਾ, ਤੂੰ ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ ਮਨ ਕਰਕੇ ਹਿਰਦੇ ਅੰਦਰ ਵਸਾ। ਸਤ ਸੰਗਤ ਇਹ ਪਰਮਾਰਥ ਦੇ ਰਸਤੇ ਤੇ ਚੱਲਣ ਦੇ ਲਈ ਜਿਹੜੇ ਸ਼ੁਭ ਗੁਣ ਹਨ, ਸ਼੍ਰਵਣ ਮੰਨਣ ਤੇ ਨਿਧ ਆਸਣ, ਕਿ ਪਹਿਲਾਂ ਸੁਣਨਾ, ਸੁਣ ਕੇ ਫਿਰ ਮੰਨਣਾ, ਮੰਨ ਕੇ ਫਿਰ ਉਹਦੀ ਜੀਵਨ ਵਿੱਚ ਕਮਾਈ ਕਰਨੀ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਨਾ, ਸੁਣਿਆ ਮੰਨਿਆ ਮਨ ਕੀਤਾ ਭਾਉ। ਸੁਣ ਕਰਕੇ ਫਿਰ ਮੰਨਿਆ ਜਾਂਦਾ, ਪਹਿਲਾਂ ਸੁਣਨਾ ਹੀ ਪੈਂਦਾ। ਤੇ ਜੇ ਸੁਣਿਆ ਹੀ ਨਾ ਹੋਵੇ ਤੇ ਮੰਨਣ ਭਲਾ ਫਿਰ ਕੀ ਕਰੇਗਾ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਪਾਠ ਅੰਦਰ ਜੋ ਪਹਿਲਾਂ ਸੁਣਨ ਦੀਆਂ 4 ਪੌੜੀਆਂ ਉਚਾਰਨ ਕੀਤੀਆਂ, ਫਿਰ ਮੰਨਣ ਦੀਆਂ 4 ਪੌੜੀਆਂ ਉਚਾਰਨ ਕੀਤੀਆਂ ਨੇ। 4 ਪੌੜੀਆਂ, 4 ਸੁਣਨ ਦੀਆਂ ਤੇ 4 ਮੰਨਣ ਦਾ ਮਹਾਤਮ ਦੱਸਿਆ ਹੋਇਆ। ਫਿਰ ਅਗਲੀ ਸਾਧ ਸੰਗਤ ਜੀ ਪੰਜ ਪ੍ਰਮਾਣ, ਪੰਜ ਪ੍ਰਧਾਨ, ਉਹ ਨਿਧਿਆਸਣ ਕਮਾਈ ਦਾ ਸਾਧਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਸੁਣ ਕੇ ਮੰਨ ਕੇ ਫਿਰ ਕਮਾਈ ਕਿਵੇਂ ਕਰਨੀ, ਕਿਵੇਂ ਜੀਵਨ ਦੇ ਅੰਦਰ ਪ੍ਰੈਕਟੀਕਲ ਕਰਨਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਹੈ, ਸੁਣ ਮਨ ਵਸਾਏ ਤੂੰ। ਹੇ ਮਨਾ, ਤੂੰ ਸੁਣਨ ਵਾਲਾ ਸਰੋਤਾ ਬਣ ਕੇ ਮਹਾਰਾਜ ਜੀ ਦੇ ਉਪਦੇਸ਼ ਨੂੰ ਸੁਣ ਕਰਕੇ ਮਨ ਦੇ ਅੰਦਰ ਵਸਾਉਣਾ ਕਰ। ਆਪੇ ਆਏ ਮਿਲੇ ਮੇਰੇ ਭਾਈ। ਹੇ ਗੁਰਸਿੱਖੋ, ਹੇ ਮੇਰੇ ਭਾਈ ਜਨੋ, ਪਰਮਾਤਮਾ ਆਪੇ ਹੀ ਆ ਕੇ ਤੁਹਾਨੂੰ ਮਿਲੇਗਾ।
ਜੇ ਮਹਾਰਾਜ ਜੀ ਦੇ ਉਪਦੇਸ਼ ਨੂੰ ਸੁਣ ਕੇ ਸਤ ਕਰਕੇ ਮੰਨ ਲਓ। ਹਿਰਦੇ ਅੰਦਰ ਮਹਾਰਾਜ ਕਹਿੰਦੇ ਸਤ ਕਰਕੇ ਧਾਰਨ ਕਰ ਲਓ, ਆਪੇ ਆਏ ਮਿਲੈ ਮੇਰੇ ਭਾਈ। ਫਿਰ ਤੁਹਾਨੂੰ ਬਾਹਰ ਭਟਕਣ ਦੀ ਲੋੜ ਨਹੀਂ ਪਵੇਗੀ, ਦਰ ਦਰ ਤੇ ਠੋਕਰਾਂ ਖਾਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਬਾਹਰ ਟੋਲੇ ਸੋ ਭਰਮ ਭੁਲਾਹੀ। ਉਹਨੂੰ ਭਰਮਾਂ ਤੇ ਭੁਲੇਖਿਆਂ ਵਿੱਚ ਬਹਿ ਕੇ ਭਟਕਣਾ ਪੈਂਦਾ ਹੈ। ਫਿਰ ਪਰਮਾਤਮਾ ਸਰੂਪ ਰੂਪੀ ਘਰ ਦੇ ਵਿੱਚ ਆਪ ਹੀ ਆ ਕਰਕੇ ਤੁਹਾਨੂੰ ਮਿਲੇਗਾ। ਹਿਰਦਿਓਂ ਸਾਖਸ਼ਾਤ ਹੋ ਕੇ ਪ੍ਰਗਟ ਹੋ ਕੇ ਪਰਮਾਤਮਾ ਆਪ ਹੀ ਦਰਸ਼ਨ ਬਖਸ਼ੇਗਾ। ਜੇ ਮਹਾਰਾਜ ਸ਼ਿਵ ਜੀ ਦੇ ਉਪਦੇਸ਼ ਨੂੰ ਸੁਣ ਕਰਕੇ ਸਤ ਕਰਕੇ ਮੰਨ ਲਵੋਗੇ, ਹਜੂਰ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾ ਲਵੋਗੇ। ਹੇ ਭਾਈ ਜਨੋ, ਇਹ ਗੁਰਸਿੱਖੋ ਪਰਮੇਸ਼ਰ ਆਪ ਹੀ ਆ ਕਰਕੇ ਮਿਲੇਗਾ। ਆਨੰਦ ਨ ਸੱਚੀ ਭਗਤ ਕਰ, ਰਾਤ ਵੀ ਦਿਨੇ ਵੀ ਪਰਮਾਤਮਾ ਦੀ ਸੱਚੀ ਭਗਤੀ ਕਰਿਆ ਕਰ। ਐਵੇਂ ਸੰਸਾਰ ਦੇ ਝੂਠੇ ਲਿਬਾਸ, ਕਦੇ ਗੰਗਾ ਗਏ ਤੇ ਗੰਗਾ ਰਾਮ ਬਣ ਗਿਆ, ਜਮਨਾ ਗਏ ਤੇ ਜਮਨਾ ਦਾਸ ਬਣ ਗਿਆ, ਉੱਦਾਂ ਦਾ ਭੇਖ ਬਣਾ ਲਿਆ। ਇਹ ਦੁਨੀਆ ਦੇ ਝੂਠੇ ਭੇਖ ਛੱਡ ਕਰਕੇ ਇੱਕ ਪਰਮਾਤਮਾ ਦੀ ਸੱਚੀ ਭਗਤੀ ਕਰਿਆ ਕਰ। ਸੱਚੇ ਚਿਤ ਲਾਈ, ਇਹ ਭਗਤੀ ਕਰਦਿਆਂ ਹੋਏ ਸੱਚੇ ਪਰਮਾਤਮਾ ਦੇ ਚਰਨਾਂ ਵਿੱਚ ਹੀ ਚਿੱਤ ਨੂੰ ਲਗਾਉਣਾ। ਇਹ ਨਹੀਂ ਕਿ ਤਨ ਕਰਕੇ ਮਹਾਰਾਜ ਦੇ ਹਜੂਰ ਬੈਠਾ ਹੋਵੇ ਤੇ ਮਨ ਕਰਕੇ ਹੋਰ ਦਰ ਦਰ ਤੇ ਠੋਕਰਾਂ ਖਾ ਰਿਹਾ ਹੋਵੇ। ਤਨ ਕਰਕੇ ਕਹੇ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਸਿੱਖ ਹਾਂ, ਸਤਿਗੁਰੂ ਜੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਸਤਿਗੁਰੂ ਜੀ ਹਨ, ਪਰ ਮਨ ਕਰਕੇ ਹੋਰ ਥਾਵਾਂ ਤੇ ਭਰੋਸਾ ਵੱਜਾ ਹੋਵੇ, ਅਜਿਹਾ ਨਹੀਂ। ਮਹਾਰਾਜ ਕਹਿੰਦੇ ਜੇ ਪ੍ਰਮਾਤਮਾ ਦੀ ਭਗਤੀ ਕਰਨੀ ਹੈ ਨਾ, ਫਿਰ ਸੱਚਾ ਚਿੱਤ ਲਾਈ, ਚਿੱਤ ਸੱਚੇ ਪਰਮਾਤਮਾ ਦੇ ਨਾਲ ਲਗਾ ਕਰਕੇ ਪਰਮਾਤਮਾ ਦੀ ਭਗਤੀ ਕਰਨੀ, ਸਾਵਧਾਨ ਹੋ ਕਰਕੇ। ਜਿਵੇਂ ਹਜੂਰ ਦਾ ਅਸੀਂ ਬਚਨ ਪੜ੍ਹਦੇ ਹਾਂ, ਪ੍ਰਭ ਕੀ ਉਸਤਤ ਕਰਹੁ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਬੜੀ ਸਾਵਧਾਨਤਾ ਨਾਲ ਚਿੱਤ ਨੂੰ ਇਕਾਗਰ ਕਰਕੇ ਤੇ ਸਾਧ ਸੰਗਤ ਜੀ ਚਿੱਤ ਇਕਾਗਰ ਤਾਂ ਹੀ ਹੋਵੇਗਾ। ਤਨ ਇਹ ਜੇ ਪਹਿਲਾਂ ਤਨ ਨੂੰ ਸਾਧ ਸੰਗਤ ਇਕਾਗਰ ਕਰਾਂਗੇ, ਸਾਵਧਾਨ ਕਰਾਂਗੇ, ਤਾਂ ਹੀ ਮਨ ਦੀ ਇਕਾਗਰਤਾ ਬਣੇਗੀ। ਪਹਿਲਾਂ ਜੇ ਬੰਦਗੀ ਕਰਨੀ ਹੈ, ਪਰਮੇਸ਼ਰ ਦਾ ਸਿਮਰਨ ਕਰਨਾ ਹੈ, ਪਹਿਲਾਂ ਤਾਂ ਬੜੀ ਸਾਵਧਾਨ ਹੋ ਕਰਕੇ ਬੜੇ ਸਰੀਰ ਨੂੰ ਸਾਧ ਸੰਗਤ ਜੀ ਇਕਾਂਤ ਜਗ੍ਹਾ ਵਿੱਚ ਬਿਠਾ ਕਰਕੇ ਤਾਂ ਹੀ ਮਨ ਇਕਾਗਰ ਕੀਤਾ ਜਾ ਸਕਦਾ ਹੈ। ਨਹੀਂ ਤਾਂ ਅਸੀਂ ਜਪਜੀ ਸਾਹਿਬ ਦਾ ਪਾਠ ਪਤਾ ਨਹੀਂ ਪੂਰਾ ਕਰਦੇ ਵੀ ਹਾਂ ਕਿ ਨਹੀਂ ਕਰਦੇ, ਤੇ ਮਹਾਰਾਜ ਨੂੰ ਲਾਮਾ ਦੇਣ ਲੱਗ ਪੈਂਦੇ, ਮਹਾਰਾਜ ਸਾਡਾ ਤਾਂ ਮਨ ਹੀ ਨਹੀਂ ਟਿਕਦਾ, ਪਾਠ ਅਸੀਂ ਕੀ ਕਰਨਾ। ਸਾਧ ਸੰਗਤ ਜੀ ਵਿਚਾਰਨ ਵਾਲੀ ਗੱਲ ਹੈ, ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਸਾਰਾ ਦਿਨ ਨਿੰਦਿਆ ਚੁਗਲੀ ਕਰਦਾ ਰਹੇ, ਸੰਸਾਰ ਭਰ ਦੀਆਂ ਗੱਲਾਂ ਮਾਰਦਾ ਰਹੇ, ਉਹ ਕਿਵੇਂ ਭਲਾ ਮਨ ਦੀ ਇਕਾਗਰਤਾ ਬਣ ਸਕਦੀ ਹੈ। ਜਿੱਥੇ ਭਗਤੀ ਕਰਨੀ ਹੈ ਨਾ, ਕੁਝ ਧਾਰਨ ਕਰਨਾ ਤੇ ਕੁਝ ਤਿਆਗ ਵੀ ਕਰਨਾ ਪੈਂਦਾ ਹੈ। ਜੇ ਕੁਝ ਜੀਵਨ ਦੇ ਵਿੱਚ ਸਾਧ ਸੰਗਤ ਜੀ ਗ੍ਰਹਿਣ ਕਰਨਾ ਤੇ ਕੁਝ ਛੱਡਣਾ ਵੀ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨ ਹਨ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਇਹ ਸਭ ਤੋਂ ਚੰਗੀ ਦਾਤ ਹੈ, ਮੰਗਣੀ ਰੱਬ ਦਾ ਨਾਮ ਜਪਣਾ। ਤੇ ਨਾਲ ਤਿਆਗ ਵੀ ਦੱਸਿਆ ਕਿ ਛੱਡਣਾ ਵੀ ਕੀ ਹੈ। ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨਾ। ਇਹ ਜਿਹੜੇ ਪ੍ਰਬਲ ਵਿਕਾਰ ਹੈ ਨਾ, ਸਾਧ ਸੰਗਤ ਜੀ ਇਹਨਾਂ ਦਾ ਤਿਆਗ ਕਰਨਾ ਵੀ ਸਭ ਤੋਂ ਉੱਤਮ ਹੈ। ਸੋ ਇਸ ਕਰਕੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਹੇ ਜੀਵਨ ਅਨ ਦਿਨ ਸੱਚੀ ਭਗਤ ਕਰ, ਸੱਚਾ ਚਿੱਤ ਲਾਈ। ਚਿੱਤ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਕੇ ਵਾਹਿਗੁਰੂ ਦੀ ਭਗਤੀ ਕਰਿਆ ਕਰ। ਏਕੋ ਨਾਮ ਧਿਆਏ ਤੂੰ, ਹੇ ਜੀਵ ਤੂੰ ਜੇ ਧਿਆਉਣਾ ਹੈ ਤੇ ਇੱਕ ਪਰਮਾਤਮਾ ਦੇ ਨਾਮ ਨੂੰ ਧਿਆ। ਧਿਆਨ ਧਾਰਨ ਕਰਨਾ ਤੇ ਇੱਕ ਵਾਹਿਗੁਰੂ ਦੇ ਨਾਮ ਦਾ ਧਾਰਨ ਕਰ। ਸੁਖ ਪਾਵਹਿ ਮੇਰੇ ਭਾਈ, ਹੇ ਮੇਰੇ ਭਾਈ ਜਨੋ, ਸਦੀਵੀ ਸੁਖ ਤੁਹਾਨੂੰ ਪ੍ਰਾਪਤ ਹੋਵੇਗਾ ਜੇ ਇੱਕ ਪਰਮਾਤਮਾ ਦੇ ਨਾਮ ਦਾ ਧਿਆਨ ਧਾਰਨ ਕਰੋਗੇ। ਸੁਖਮਨੀ ਸਾਹਿਬ ਪਾਵਨ ਗੁਰਬਾਣੀ ਅੰਦਰ ਮਹਾਰਾਜ ਨੇ ਦੂਜੇ ਦੀ ਗੱਲ ਹੀ ਨਹੀਂ ਕੀਤੀ, ਕੇਵਲ ਇੱਕ ਦੇ ਵਾਲੀ ਪਰਮਾਤਮਾ ਨੇ ਲਗਾਇਆ ਕਿ ਮਹਾਰਾਜ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ, ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਜਾਪ, ਪੂਰਨ ਪੂਰ ਰਹਿਓ ਪ੍ਰਭ ਵਿਆਪ, ਅਨੇਕ ਵਿਸਥਾਰ ਏਕ ਤੇ ਪਏ, ਏਕ ਅਰਾਧ ਪਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ
ਨਾਨਕ ਇੱਕ ਜਾਤਾ। ਇਹ ਸਾਰੀ ਪੌੜੀ ਦੇ ਅੰਦਰ ਮਹਾਰਾਜ ਨੇ ਇੱਕੋ ਦੀ ਗੱਲ ਕੀਤੀ ਹੈ। ਇੱਕ ਨੂੰ ਜਪ, ਇੱਕ ਦੀ ਸਿਫਤ ਕਰ, ਇੱਕ ਦਾ ਸਿਮਰਨ ਕਰ, ਇੱਕ ਦੀ ਸਲਾਹ ਸਿਫਤ ਸਲਾਹਾਂ ਕਰਿਆ ਕਰ, ਫਿਰ ਇੱਕ ਦਾ ਰੂਪ ਹੀ ਹੋ ਜਾਵੇਗਾ। ਤੇ ਜੇ ਦੁੰਦਵਾਦ ਵਿੱਚ ਪਿਆ ਰਿਹਾ, ਦਵੈਸ਼ ਪਿਆ ਰਿਹਾ, ਤੇ ਫਿਰ ਸੰਸਾਰ ਦੇ ਅੰਦਰ ਹੀ ਬਾਰ-ਬਾਰ ਭਟਕਣਾ ਪਵੇਗਾ। ਹਉਮੈ ਦੂਜਾ ਦੂਰ ਕਰ। ਹੇ ਜੀਵ, ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ, ਦਵੈਸ਼ ਈਰਖਾ ਭਾਵਨਾ, ਇਸ ਨੂੰ ਆਪਣੇ ਹਿਰਦਿਓਂ ਦੂਰ ਕਰਨਾ ਕਰ। ਵੱਡੀ ਵਡਿਆਈ। ਤਾਂ ਮਹਾਰਾਜ ਕਹਿੰਦੇ ਵਡਿਆਈਆਂ ਦੇ ਵਿੱਚੋਂ ਸਭ ਤੋਂ ਵੱਡੀ ਪ੍ਰਮਾਤਮਾ ਦੇ ਸਰੂਪ ਦੀ ਵਡਿਆਈ ਮਿਲੇਗੀ। ਰਹਾਉ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਇਸ ਭਗਤੀ ਨੋ ਸੁਰ ਨਰ ਮਨ ਜਨ ਲੋਚਦੇ। ਹੇ ਮਹਾਰਾਜ, ਭਗਤੀ ਕਿੰਨੀ ਕੁ ਉੱਤਮ ਹੈ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ, ਹੈ ਗੁਰਸਿੱਖੋ, ਇੰਨੀ ਜ਼ਿਆਦਾ ਇਹ ਸਭ ਤੋਂ ਸ਼੍ਰੋਮਣੀ ਤੇ ਉੱਤਮ ਪਰਮਾਤਮਾ ਦੀ ਪ੍ਰੇਮਾ ਭਗਤੀ ਹੈ, ਜਿਸ ਨੂੰ ਸੁਰ ਦੇਵਤੇ, ਨਰ ਮਨੁੱਖ, ਸੰਸਾਰ ਭਰ ਦੇ ਤਮਾਮ ਜੀਵ ਲੋਚਦੇ ਫਿਰਦੇ ਹਨ। ਮੁਨੀ ਜਨ ਜਿਨ੍ਹਾਂ ਨੇ ਘਰ-ਬਾਰ ਵੀ ਛੱਡ ਦਿੱਤੇ ਆ, ਜਾਂ ਮੋਨ ਜਨ ਜਿਨ੍ਹਾਂ ਨੇ ਮੋਨ ਵੀ ਧਾਰਨ ਕੀਤਾ ਹੋਇਆ ਕਿ ਸਾਨੂੰ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਮਿਲ ਜਾਵੇ, ਪਰ ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਉਹਨਾਂ ਨੂੰ ਨਹੀਂ ਪ੍ਰਾਪਤ ਹੁੰਦੀ। ਹੋਰ ਭਾਵੇਂ ਦੁਨੀਆ ਦੇ ਸਾਧਨ ਬਹੁਤ ਕਰਦੇ ਰਹਿੰਦੇ ਨੇ, ਕੋਈ ਤਪ ਸਾਧਨਾ ਕਰਦਾ, ਕੋਈ ਧੂਣੀਆਂ ਲਾਉਂਦਾ, ਕੋਈ ਜਲ ਧਾਰਾ ਕਰਦਾ, ਕੋਈ ਬਰਫੀਲੇ ਪਹਾੜਾਂ ਵਿੱਚ ਜਾ ਕੇ ਨਿਵਾਸ ਕਰ ਲੈਂਦਾ, ਕੋਈ ਕਪਾਲੀ ਆਸਣ ਆਦਿਕ ਲਗਾ ਲੈਂਦਾ, ਕੋਈ ਤਰ੍ਹਾਂ ਤਰ੍ਹਾਂ ਦੇ ਆਸਣ ਲਗਾਉਣ ਦੇ ਸਾਧਨ ਜੀਵਨ ਵਿੱਚ ਕਰਦਾ ਰਹਿੰਦਾ ਹੈ, ਪਰ ਪ੍ਰਮਾਤਮਾ ਦੀ ਮਿਹਰ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਹੇ ਗੁਰਸਿੱਖੋ, ਇੰਨੀ ਪ੍ਰਮਾਤਮਾ ਦੀ ਉੱਤਮ ਭਗਤੀ ਹੈ, ਇਸ ਭਗਤੀ ਨੂੰ ਸੁਰ ਨਰ ਮਨ ਜਨ ਲੋਚਦੇ। ਉਹ ਲੋਚਦੇ ਫਿਰਦੇ ਵਿਲਕਣੀਆਂ ਲੈ ਰਹੇ ਨੇ, ਬਾਰ-ਬਾਰ ਤਰਸ ਰਹੇ ਹਨ ਕਿ ਸਾਨੂੰ ਵਾਹਿਗੁਰੂ ਦੀ ਭਗਤੀ ਪ੍ਰਾਪਤ ਹੋ ਜਾਵੇ। ਬਿਨ ਸਤਿਗੁਰ ਪਾਈ ਨਾ ਜਾਏ। ਪਰ ਇਹ ਗੁਰਸਿੱਖੋ, ਪੂਰੇ ਸਤਿਗੁਰਾਂ ਤੋਂ ਬਿਨਾਂ ਇਹ ਭਗਤੀ ਪਾਈ ਹੀ ਨਹੀਂ ਜਾ ਸਕਦੀ। ਭਾਵੇਂ ਜਿੰਨਾ ਮਰਜ਼ੀ ਮਨੁੱਖ ਯਤਨ ਕਰ ਕਰਕੇ ਦੇਖ ਲਵੇ, ਤਮਾਮ ਲੱਖਾਂ ਹੀ ਜਨਮ ਧਾਰਨ ਕਰਕੇ ਦੇਖ ਲਵੇ, ਪਰ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਪਰਮੇਸ਼ਰ ਦੀ ਪ੍ਰੇਮਾ ਭਗਤੀ ਪਾਈ ਹੀ ਨਹੀਂ ਜਾ ਸਕਦੀ। ਪੰਡਿਤ ਪੜ੍ਹਦੇ ਜੋਤ ਕੀ। ਭਾਵੇਂ ਸੰਸਾਰ ਦੇ ਪੰਡਿਤ ਵਿਦਵਾਨ ਲੋਕ ਵੀ ਬੜੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ ਹਨ, ਤੇ ਜੋਤਿਕ ਜਿਹੜੇ ਜੋਤਸ਼ੀ ਸਾਧ ਸੰਗਤ ਜੀ ਜੋਤਿਸ਼ ਵਿਦਿਆ ਦੇ ਗ੍ਰੰਥਾਂ ਨੂੰ ਪੜ੍ਹਨ ਵਾਲੇ ਨੇ, ਆਉਣ ਵਾਲੇ ਸਮਿਆਂ ਦੀ ਨਛੱਤਰਾਂ ਦੇ ਗ੍ਰਹਿਆਂ ਦੀ ਵਿਚਾਰਾਂ ਕਰ ਕਰਕੇ ਦੱਸਣ ਵਾਲੇ ਹਨ, ਉਹ ਵੀ ਬੜੇ ਬੜੇ ਸੰਸਾਰ ਦੇ ਪੜ੍ਹਨ ਵਾਲੇ ਪੜ੍ਹ ਕਰਕੇ ਹਾਰ ਗਏ ਹਨ। ਤੈਨ ਬੂਝ ਨਾ ਪਾਏ। ਪਰ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਤਿਨਾਂ ਨੇ ਵਾਹਿਗੁਰੂ ਦੇ ਸਰੂਪ ਦੀ ਪਹਿਚਾਣ ਨਹੀਂ ਕਰਨਾ ਕੀਤੀ। ਭਾਵੇਂ 4 ਵੇਦਾਂ ਦੇ ਪੰਡਿਤ ਭਗਤੇ ਬਣ ਗਏ ਨੇ, ਜੋਤਸ਼ੀ ਜੋਤਿਸ਼ ਗ੍ਰੰਥਾਂ ਨੂੰ ਵਾਚਣ ਵਾਲੇ ਬੜੇ ਬੜੇ ਵਿਦਵਾਨ ਪੁਰਖ ਸੰਸਾਰ ਦੇ ਵਿੱਚ ਬਣ ਗਏ ਨੇ, ਪਰ ਤਿੰਨ ਬੂਝ ਨਾ ਪਾਈ। ਵਾਹਿਗੁਰੂ ਦਾ ਸਰੂਪ ਤਾਂ ਨਹੀਂ ਨਾ ਬੁੱਝ ਸਕੇ। ਹਜੂਰ ਦਾ ਮੁੱਖ ਵਾਕ ਹੈ ਸ੍ਰੀ ਰਾਗ ਦੇ ਅੰਦਰ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਪੰਡਿਤ ਪੜ੍ਹ ਪੜ੍ਹ ਉੱਚਾ ਕੂਕਦਾ ਮਾਇਆ ਨਾਲ ਪਿਆਰ। ਕਹਿੰਦੇ ਕਿ ਬੜਾ ਉੱਚਾ ਕੂਕ ਕੂਕ ਕਰਕੇ, ਉੱਚੀ ਉੱਚੀ ਪੁਕਾਰਾਂ ਕਰ ਕਰਕੇ ਲੋਕਾਂ ਨੂੰ ਸੁਣਾਉਂਦਾ, ਪਰ ਹੈ ਅਸਲ ਦੇ ਵੀ ਸੰਸਾਰ ਦੇ ਅੰਦਰ ਪ੍ਰਵਿਰਤਗੀ ਦੇ ਨਾਲ ਉਹਦਾ ਪਿਆਰ ਲੱਗਾ ਹੋਇਆ ਹੈ, ਸਰੀਰਾਂ ਦੇ ਨਾਲ ਮੋਹ ਬਣਿਆ ਹੈ, ਧਨ ਪਦਾਰਥਾਂ ਦੇ ਨਾਲ ਪਿਆਰ ਲੱਗਾ ਹੋਇਆ ਹੈ। ਹਿਰਦੇ ਅੰਦਰ ਕਹਿੰਦੇ ਪ੍ਰਮਾਤਮਾ ਦਾ ਸਰੂਪ ਉਹਨੂੰ ਬੁੱਝਦਾ ਨਹੀਂ, ਤੇ ਉੱਚਾ ਕੂਕ ਕੂਕ ਕਰਕੇ ਸੰਸਾਰ ਦੇ ਲੋਕਾਂ ਨੂੰ ਸੁਣਾਈ ਜਾਂਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਤਿੰਨ ਬੂਝ ਨਾ ਪਾਈ, ਤਿੰਨਾਂ ਨੇ ਪ੍ਰਮਾਤਮਾ ਦੇ ਸਰੂਪ ਨੂੰ ਬੁੱਝਿਆ ਨਹੀਂ ਹੈ। ਭਾਵੇਂ ਸਾਧ ਸੰਗਤ ਜੀ ਜੋਤਸ਼ੀ ਜੋਤਿਸ਼ ਵਿਦਿਆ ਦੁਆਰਾ ਅਨੁਮਾਨ ਲਗਾ ਕਰਕੇ, ਕੋਈ ਹੱਥਾਂ ਦੀਆਂ ਰੇਖਾਵਾਂ ਦੇਖ ਕਰਕੇ ਦੱਸੀ ਜਾਂਦਾ ਹੈ, ਕੋਈ ਚੰਗੇ ਮਾੜੇ ਦਿਨਾਂ ਦੀ ਸ਼ਗਨਾਂ ਅਪਸ਼ਗਨਾਂ ਦੀ ਵਿਚਾਰਾਂ ਕਰ ਕਰਕੇ ਲੋਕਾਂ ਨੂੰ ਦੱਸੀ ਜਾਂਦਾ, ਪਰ ਉਹਨੂੰ ਆਪਣਾ ਪੁੱਛ ਕਰਕੇ ਦੇਖ ਲਿਓ, ਆਪਣੇ ਬਾਰੇ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਕਿ ਮੇਰੇ ਨਾਲ ਆਉਣ ਵਾਲੇ ਸਮੇਂ ਵਿੱਚ ਕੀ ਵਾਪਰਨ ਵਾਲਾ ਹੈ। ਆਪਣੇ ਬਾਰੇ ਨਹੀਂ ਜੋਤਸ਼ੀ ਨੂੰ ਕੁਝ ਵੀ ਪਤਾ ਹੁੰਦਾ। ਜੋ ਗ੍ਰੰਥਾਂ ਦਾ ਸਹਾਰਾ ਲਗਾ ਕਰਕੇ, ਅਨੁਮਾਨ ਲਗਾ ਕਰਕੇ
ਲੋਕਾਂ ਦੇ ਹੱਥਾਂ ਦੀ ਰਖਾਵਾਂ ਦੇਖ ਦੇਖ ਕਰਕੇ ਭਾਵੇਂ ਜ਼ਰੂਰ ਸੁਣਾਈ ਜਾਂਦਾ ਹੈ, ਪਰ ਹੈ ਤੇ ਸਾਧ ਸੰਗਤ ਜੀ ਇਹ ਮਨਮਤੀ ਹੈ ਨਾ, ਗੁਰਮਤ ਨਹੀਂ ਹੈ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਵਿਚਾਰਧਾਰਾ ਨਹੀਂ ਹੈ। ਤਾਂ ਹੀ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ ਹੈ, ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ, ਐਸੋ ਪਤਿਵ੍ਰਤ ਏਕ ਟੇਕ ਦੁਬਿਧਾ ਨਿਵਾਰੀ ਹੈ। ਕਹਿੰਦੇ ਸਿੱਖ ਦਾ ਇੰਨਾ ਪਿਆਰ ਗੁਰੂ ਚਰਨਾਂ ਦੇ ਨਾਲ ਹੋਣਾ ਚਾਹੀਦਾ ਹੈ, ਜਿਵੇਂ ਇੱਕ ਪਤਿਵ੍ਰਤਾ ਔਰਤ ਦੀ ਆਪਣੇ ਪਤੀ ਦੇ ਨਾਲ ਸਾਧ ਸੰਗਤ ਜੀ ਪਿਆਰ ਹੁੰਦਾ। ਆਪਣੇ ਪਤੀ ਤੋਂ ਬਿਨਾਂ ਸਭ ਸੰਸਾਰ ਦੇ ਮਨੁੱਖਾਂ ਨੂੰ, ਪੁਰਖਾਂ ਨੂੰ ਔਰਤਾਂ ਦੀ ਤਰ੍ਹਾਂ ਦੇਖਦੀ ਹੈ, ਕੇਵਲ ਮੇਰਾ ਪਤੀ ਹੀ ਇੱਕ ਪੁਰਖ ਹੈ। ਇਵੇਂ ਸਿੱਖ ਪੂਰੇ ਸਤਿਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਜੈਸਾ ਦਇਆਵਾਨ, ਦਇਆਲੂ ਤੇ ਮਿਹਰਬਾਨ, ਕਿਰਪਾਲੂ ਸਤਿਗੁਰੂ ਜੀ ਜੈਸਾ ਕੋਈ ਹੋਵੇ, ਕੋਈ ਵੀ ਸੰਸਾਰ ਵਿੱਚ ਨਜ਼ਰ ਨਹੀਂ ਆਉਂਦਾ। ਇਸ ਲਈ ਮਹਾਰਾਜ ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿੰਦੇ ਪੰਡਿਤ ਪੜ੍ਹਦੇ ਜੋਤ ਕੀ ਤਿਨ ਬੂਝ ਨਾ ਪਾਏ। ਤਿਨਾਂ ਨੇ ਵਾਹਿਗੁਰੂ ਦੇ ਸਰੂਪ ਦੀ ਗਿਆਤ ਨਹੀਂ ਪ੍ਰਾਪਤ ਕੀਤੀ, ਭਾਵੇਂ ਹੰਕਾਰ ਦੇ ਨਸ਼ੇ ਵਿੱਚ ਵੇਦਾਂ ਦਾ ਵੀ ਅਧਿਐਨ ਕਰ ਲਿਆ, ਫਿਰ ਤਾਂਤਰਿਕ, ਫਿਰ ਜੋਤਿਸ਼ ਵਿਦਿਆ ਨੂੰ ਵੀ ਭਾਵੇਂ ਪੜ੍ਹ ਲੈਣਾ ਕੀਤਾ ਹੈ। ਆਪੇ ਥੈ ਸਭ ਰੱਖਿਓ ਨ, ਪਰਮਾਤਮਾ ਨੇ ਆਪ ਹੀ ਆਪਣੇ ਹੱਥਾਂ ਵਿੱਚ ਸਭ ਸੰਸਾਰ ਦੇ ਜੀਵਾਂ ਦੀ ਵਾਗ ਡੋਰ ਰੱਖੀ ਹੈ। ਜਿਵੇਂ ਬਰੀਕ ਜੀ ਤਾਰ ਬਾਜ਼ੀਗਰ ਦੇ ਹੱਥਾਂ ਵਿੱਚ ਹੁੰਦੀ ਕਠਪੁਤਲੀਆਂ ਨੂੰ ਨਚਾਉਂਦਾ ਹੈ, ਤਿਵੇਂ ਸੰਸਾਰ ਭਰ ਦੇ ਤਮਾਮ ਜੀਵਾਂ ਦੀ ਵਾਗ ਡੋਰ ਵਾਹਿਗੁਰੂ ਨੇ ਆਪਣੇ ਹੱਥਾਂ ਵਿੱਚ ਰੱਖੀ ਹੈ। ਕਿਛ ਕਹਿਣ ਨਾ ਜਾਈ। ਇਸ ਲਈ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਪਰਥਾਏ ਕੁਝ ਕਿਹਾ ਨਹੀਂ ਜਾ ਸਕਦਾ। ਵਾਹਿਗੁਰੂ ਇੰਨਾ ਜ਼ਿਆਦਾ ਉਹ ਬੇਅੰਤ ਹੈ, ਉਹਦਾ ਅੰਤ ਪਾਇਆ ਨਹੀਂ ਜਾ ਸਕਦਾ। ਕਿਵੇਂ ਕੋਈ ਪ੍ਰਮਾਤਮਾ ਦੇ ਅੰਤ ਦੇ ਬਚਨ ਕਥਨ ਕਰ ਲਵੇਗਾ, ਨਾਮੁਮਕਿਨ ਹੈ। ਪਰਮਾਤਮਾ ਨੇ ਹੁਕਮ ਰੂਪੀ ਨੱਥ ਵੀ ਸਾਰੀ ਸ੍ਰਿਸ਼ਟੀ ਨੂੰ ਨੱਥਿਆ ਹੈ। ਤਮਾਮ ਸੰਸਾਰ ਭਰ ਦੇ ਜੀਵ ਉਸ ਵਾਹਿਗੁਰੂ ਦੀ ਰਜ਼ਾ ਵਿੱਚ ਚੱਲ ਰਹੇ ਹਨ। ਆਪੇ ਦੇ ਸੋ ਪਾਈਐ। ਪਰਮਾਤਮਾ ਜਿਨ੍ਹਾਂ ਨੂੰ ਆਪ ਹੀ ਭਾਵ ਭਗਤੀ ਦੀ ਦਾਤ ਦਿੰਦਾ ਉਹ ਪ੍ਰਾਪਤ ਕਰ ਲੈਂਦੇ ਹਨ। ਆਪੇ ਦੇ ਸੋ ਪਾਈਐ। ਹੇ ਪਰਮਾਤਮਾ ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ। ਮਹਾਰਾਜ ਆਪਣਾ ਕੋਈ ਬਲ ਥੋੜ੍ਹਾ, ਸਾਡਾ ਕੋਈ ਚਾਰਾ ਥੋੜ੍ਹਾ, ਸਾਡਾ ਕੋਈ ਜ਼ੋਰ ਥੋੜ੍ਹਾ ਕਿ ਆਪਣੇ ਬਲ ਦੇ ਨਾਲ ਤੁਹਾਡੇ ਤੋਂ ਕੁਝ ਪ੍ਰਾਪਤ ਕਰ ਸਕੀਏ, ਨਾਮੁਮਕਿਨ ਹੈ। ਮਹਾਰਾਜ ਜੋ ਕੁਝ ਆਪ ਜੀ ਸਾਨੂੰ ਦਾਤਾਂ ਦੇਂਦੇ ਸੀ, ਪ੍ਰਾਪਤ ਕਰਦੇ ਸਾਂ, ਹੁਣ ਦੇਣਾ ਚਾਹੁੰਦੇ ਦੇ ਰਹੇ ਮਹਾਰਾਜ। ਅਸੀਂ ਦਾਤਾਂ ਪ੍ਰਾਪਤ ਕਰ ਰਹੇ ਹਾਂ। ਆਉਣ ਵਾਲੇ ਸਮੇਂ ਵਿੱਚ ਜੋ ਦਾਤਾਂ ਮਹਾਰਾਜ ਦੇਣੀਆਂ ਚਾਹੋਗੇ ਉਹੋ ਹੀ ਅਸੀਂ ਪ੍ਰਾਪਤ ਕਰਾਂਗੇ। ਸਾਡਾ ਕੋਈ ਆਪਣਾ ਬਲ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਆਪੇ ਦੇ ਸੋ ਪਾਈਐ। ਪਰਮਾਤਮਾ ਆਪ ਹੀ ਜਿਨ੍ਹਾਂ ਨੂੰ ਜਿਹੜੀ ਦਾਤ ਦਿੰਦਾ ਉਹ ਪ੍ਰਾਪਤ ਕਰ ਲੈਂਦੇ ਹਨ। ਗੁਰ ਬੂਝ ਬੁਝਾਈ। ਹਜ਼ੂਰ ਕਹਿੰਦੇ ਗੁਰਸਿੱਖੋ ਐਸੀ ਬੂਝ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬੁਝਾ ਦਿੱਤੀ ਹੈ, ਸਮਝਾ ਦਿੱਤੀ ਹੈ। ਕਈ ਵਾਰ ਸਾਧ ਸੰਗਤ ਜੀ ਕੋਈ ਇੱਛਾ ਹੋਵੇ ਨਾ, ਮਨ ਦੀ ਚਾਹਤ ਹੋਵੇ ਤੇ ਬਹੁਤ ਯਤਨ ਕੀਤਾ ਜਾਂਦਾ ਕਿ ਇਹ ਦਾਤ ਮੈਨੂੰ ਪ੍ਰਾਪਤ ਹੋ ਜਾਵੇ, ਪਰ ਸਿਆਣੇ ਕਹਿੰਦੇ ਕਿ ਸਮੇਂ ਤੋਂ ਪਹਿਲਾਂ ਤੇ ਕਰਮਾਂ ਤੋਂ ਬਿਨਾਂ ਦਾਤ ਨਹੀਂ ਕਦੇ ਜੀਵ ਨੂੰ ਪ੍ਰਾਪਤ ਹੋ ਸਕਦੀ। ਪਰਮਾਤਮਾ ਮਿਹਰ ਕਰੇ, ਵਾਹਿਗੁਰੂ ਕਿਰਪਾ ਕਰ ਦੇਵੇ ਤਾਂ ਸਾਧ ਸੰਗਤ ਜੀ ਮਨ ਦੇ ਅੰਦਰ ਜਿਹੜੀ ਆਸਾ ਦੀ ਦਾਤ ਹੈ ਜੀਵ ਨੂੰ ਪ੍ਰਾਪਤ ਹੋ ਜਾਂਦੀ ਹੈ। ਸੋ ਗਰੀਬ ਨਵਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ ਗੁਰ ਬੂਝ ਬੁਝਾਈ। ਇਹ ਗੁਰਸਿੱਖ ਪੂਰੇ ਸਤਿਗੁਰਾਂ ਨੇ ਇਹ ਬੂਝ ਬੁਝਾਈ ਹੈ ਕਿ ਅਕਾਲ ਪੁਰਖ ਪਰਮਾਤਮਾ ਜਿਹੜੀ ਦਾਤ ਜੀਵ ਨੂੰ ਦੇਣਾ ਚਾਹੇ ਉਹੋ ਹੀ ਮਿਲਦੀ ਹੈ। ਜੀ ਜੰਤ ਸਭ ਤਿਸ ਦੇ। ਸੰਸਾਰ ਦੇ ਛੋਟੇ ਵੱਡੇ ਆਕਾਰਾਂ ਦੇ ਸੂਖਸ਼ਮ ਤੇ ਸਥੂਲ ਜੀਵ ਜੰਤੂ ਸਭ ਪਰਮੇਸ਼ਰ ਦੇ ਪੈਦਾ ਕੀਤੇ ਹਨ। ਸਭਨਾ ਕਾ ਸੋਈ। ਸਭਨਾ ਜੀਵਾਂ ਦਾ ਮਾਲਕ ਉਹ ਪਰਮੇਸ਼ਰ ਆਪ ਹੀ ਹੈ। ਮੰਦਾ ਕਿਸਨੋ ਆਖੀਐ। ਤੇ ਜੇ ਸਭ ਦਾ ਮਾਲਕ ਆਪ ਹੈ, ਸਭ ਦੇ ਅੰਦਰ ਵਰਤ ਰਿਹਾ ਤੇ ਮਹਾਰਾਜ ਕਹਿੰਦੇ ਫਿਰ ਮੰਦਾ ਕਿਸ ਨੂੰ ਕਹਿਣਾ ਕਰੀਏ। ਮੰਦਾ ਕਿਸ ਨੂੰ ਕਹੀਏ ਕਿ ਭਲਾ ਹੈ ਤੇ ਮੰਦਾ ਹੈ, ਇਹ ਚੰਗਾ ਹੈ ਤੇ ਇਹ ਬੁਰਾ ਹੈ।
ਗਰੀਬ ਨਵਾਜ ਮਹਾਰਾਜ ਕਹਿੰਦੇ ਫਿਰ ਮੰਦਾ ਕਿਸ ਨੂੰ ਕਹਿਣਾ ਚਾਹੀਦਾ ਹੈ? ਜੇ ਦੂਜਾ ਹੋਈ, ਜੇ ਕੋਈ ਦੂਜਾ ਹੋਵੇ ਤਾਂ ਹੀ ਉਸ ਨੂੰ ਮੰਦਾ ਕਹੀਏ ਨਾ। ਸਭ ਦੇ ਵਿੱਚ ਤੇ ਪ੍ਰਮਾਤਮਾ ਆਪ ਵਰਤ ਰਿਹਾ, ਸਭ ਦੇ ਅੰਦਰ ਅਕਾਲ ਪੁਰਖ ਪਰਮੇਸ਼ਰ ਵਰਤ ਰਿਹਾ ਹੈ। ਸਾਰੀ ਖਲਕਰ ਦੇ ਅੰਦਰ ਘਟ ਘਟ ਮੈਂ ਹਰ ਜੂ ਬਸੈ, ਸਭ ਘਟਾਂ ਦੇ ਅੰਦਰ ਪਰਮੇਸ਼ਰ ਵਰਤ ਰਿਹਾ। ਜੇ ਦੂਜਾ ਹੋਈ, ਮਹਾਰਾਜ ਕਹਿੰਦੇ ਗੁਰਸਿੱਖੋ ਜੇ ਪ੍ਰਮਾਤਮਾ ਤੋਂ ਬਿਨਾਂ ਕੋਈ ਦੂਜਾ ਹੋਵੇ ਤਾਂ ਹੀ ਉਸ ਨੂੰ ਮੰਦਾ ਕਹੀਏ ਨਾ। ਮੰਦਾ ਕਿਸ ਨੂੰ ਆਖੀ ਹੈ? ਉਸ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਹੈ ਨਹੀਂ, ਤੇ ਫਿਰ ਮੰਦਾ ਕਿਸ ਨੂੰ ਕਹੀਏ ਕਿ ਭਲਾ ਹੈ ਤੇ ਇਹ ਮੰਦਾ ਹੈ, ਇਹ ਚੰਗਾ ਹੈ ਤੇ ਇਹ ਬੁਰਾ ਹੈ। ਇਸ ਪ੍ਰਕਾਰ ਕਹਿੰਦੇ ਕਿਸੇ ਨੂੰ ਮੰਦਾ ਕਹਿਣਾ ਨਹੀਂ ਬਣਦਾ। ਇੱਕੋ ਹੁਕਮ ਵਰਤਦਾ, ਇੱਕ ਪ੍ਰਮਾਤਮਾ ਦਾ ਹੁਕਮ ਹੀ ਸਾਰੀ ਸ੍ਰਿਸ਼ਟੀ ਤੇ ਵਰਤਦਾ ਸੀ, ਵਰਤਦਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਵਰਤੇਗਾ। ਏਕਾ ਸਿਰਕਾਰਾ, ਇੱਕ ਪ੍ਰਮਾਤਮਾ ਦੀ ਹੁਕਮ ਰੂਪੀ ਕਾਰ ਹੀ ਸਭ ਜੀਵਾਂ ਦੇ ਸਿਰਾਂ ਤੇ ਵਰਤ ਰਹੀ ਹੈ। ਆਪ ਭਵਾਲੀ ਦਿੱਤੀ ਅਨ, ਪਰਮਾਤਮਾ ਨੇ ਆਪ ਹੀ ਮਨਮੁਖਾਂ ਨੂੰ ਆਪਣੇ ਸਰੂਪ ਤੋਂ ਭਵਾਂਟਣੀ ਦੇ ਦਿੱਤੀ ਹੈ, ਭੁਲਾ ਦਿੱਤਾ ਹੈ। ਜਿਵੇਂ ਕਿਸੇ ਨੂੰ ਭਵਾਂਟਣੀ ਦਈਏ ਤੇ ਚੱਕਰ ਖਾ ਖਾ ਕਰਕੇ ਡਿੱਗਦਾ, ਉੱਠਿਆ ਨਹੀਂ ਜਾਂਦਾ, ਉਹ ਬੇਸੁਰਤਾ ਹੋ ਜਾਂਦਾ ਹੈ। ਗਰੀਬ ਨਵਾਜ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਐਸੀ ਆਪਣੇ ਸਰੂਪ ਤੋਂ ਭਵਾਂਟਣੀ ਦਿੱਤੀ ਹੈ ਸਾਖਤ ਪੁਰਖਾਂ ਨੂੰ, ਉਹਨਾਂ ਨੂੰ ਹੋਸ਼ ਹੀ ਨਹੀਂ ਆਈ ਕਿ ਅਸੀਂ ਪ੍ਰਮਾਤਮਾ ਦੀ ਅਭੇਦਤਾ ਪਾਉਣੀ ਹੈ। ਉਹ ਬੇਹੋਸ਼ੀ ਬੇਸੁਰਤੇ ਹੋ ਕਰਕੇ ਸੰਸਾਰ ਦੇ ਅੰਦਰ ਬਾਰ-ਬਾਰ ਜਨਮ ਧਾਰਨ ਕਰਨ ਰੂਪੀ ਡਿੱਗ ਰਹੇ ਹਨ। ਬੇਸੁਰਤੇ ਹੋ ਕਰਕੇ ਕਦੇ ਕਿਸੇ ਜੂਨ ਕਦੇ ਕਿਸੇ ਜੂਨ ਦੇ ਵਿੱਚ ਜਾ ਕੇ ਜਨਮ ਧਾਰਨ ਕਰ ਲੈਂਦੇ ਨੇ। ਪਰਮਾਤਮਾ ਨੇ ਆਪ ਹੀ ਐਸੀ ਸਾਖਤ ਜੀਵਾਂ ਨੂੰ ਭਵਾਂਟਣੀ ਦਿੱਤੀ ਹੈ। 84 ਦੇ ਗੇੜੇ ਦੀ ਭਵਾਂਟਣੀ ਪਰਮਾਤਮਾ ਨੇ ਦੇ ਦਿੱਤੀ ਹੈ। ਅੰਤਰ ਲੋਭ ਵਿਕਾਰਾ, ਤੇ ਕਿੱਦਾਂ ਦੀ ਭਵਾਂਟਣੀ ਦਿੱਤੀ ਹੈ? ਸਾਖਤ ਜੀਵਾਂ ਦੇ ਅੰਦਰ ਕਿਧਰੇ ਪਦਾਰਥਾਂ ਦਾ ਲੋਭ, ਕਿਧਰੇ ਵਿਕਾਰਾਂ ਦਾ ਲੋਭ। ਮਹਾਰਾਜ ਕਹਿੰਦੇ ਤਮਾਮ ਵਿਕਾਰ ਉਹਨਾਂ ਦੇ ਅੰਦਰ ਪੈਦਾ ਕਰ ਦਿੱਤੇ ਹੈ। ਤੇ ਜਿਹੜਾ ਮਨੁੱਖ ਜਿੰਨਾ ਜ਼ਿਆਦਾ ਵਿਕਾਰੀ ਹੋਵੇਗਾ ਉਨਾ ਜ਼ਿਆਦਾ ਰੱਬ ਤੋਂ ਦੂਰ ਹੋਵੇਗਾ। ਜਿਹੜਾ ਜ਼ਿਆਦਾ ਸ਼ਿਕਾਰੀ ਹੋਵੇਗਾ ਸਾਧ ਸੰਗਤ ਜੀ, ਜੋ ਪ੍ਰੇਮ ਦੀ ਸਹਿਤ ਹੋ ਕਰਕੇ ਪ੍ਰਮਾਤਮਾ ਨੂੰ ਯਾਦ ਕਰਨ ਵਾਲਾ ਹੋਵੇਗਾ, ਉਨਾ ਜ਼ਿਆਦਾ ਪ੍ਰਮਾਤਮਾ ਦੇ ਨੇੜੇ ਹੋਵੇਗਾ। ਇਸ ਲਈ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਵਿਕਾਰ ਉਹਨਾਂ ਦੇ ਅੰਦਰ ਐਸੇ ਪ੍ਰਬਲ ਵਿਕਾਰ ਪੈਦਾ ਕਰ ਦਿੱਤੇ ਨੇ, ਜਿਸ ਕਰਕੇ ਉਹਨਾਂ ਨੂੰ ਪ੍ਰਮਾਤਮਾ ਦੇ ਸਰੂਪ ਦੇ ਵੱਲੋਂ ਭਵਾਂਟਣੀ ਮਿਲ ਗਈ ਹੈ। ਉਹ ਬਾਰ-ਬਾਰ ਸੰਸਾਰ ਦੇ ਅੰਦਰ ਹੀ ਭਟਕਦੇ ਰਹਿੰਦੇ ਹਨ। ਇੱਕ ਆਪੇ ਗੁਰਮੁਖ ਕੀਤੀ ਅਨ, ਇੱਕ ਉਹ ਵੀ ਪਿਆਰੇ ਹਨ ਵਾਹਿਗੁਰੂ ਦੇ ਪਿਆਰੇ ਜਨ, ਜਿਨ੍ਹਾਂ ਨੂੰ ਗੁਰੂਆਂ ਦੇ ਮੁਖ ਦੁਆਰਾ ਆਪਣੀ ਭਗਤੀ ਦੇ ਵੱਲ ਪ੍ਰਮਾਤਮਾ ਨੇ ਲਗਾਇਆ। ਇੱਕ ਪ੍ਰਮਾਤਮਾ ਨੇ ਆਪਣੇ ਵੱਲ ਉਹਨਾਂ ਨੂੰ ਕਰ ਲਿਆ ਹੈ। ਬੂਝਨ ਵਿਚਾਰਾ, ਹਜੂਰ ਕਹਿੰਦੇ ਹਨ ਉਹ ਸਤਿਗੁਰੂ ਜੀ ਦੀ ਵਿਚਾਰ ਧਾਰਾ ਨੂੰ ਬੁੱਝ ਲੈਂਦੇ ਹਨ। ਤੇ ਇਹਨਾਂ ਨੇ ਮਹਾਰਾਜ ਜੀ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦੇ ਸਰੂਪ ਨੂੰ ਬੁੱਝਿਆ ਹੈ। ਭਗਤ ਪੀ ਉਹਨਾਂ ਨੂੰ ਬਖਸ਼ੀਅਨ, ਹਜੂਰ ਨੇ ਉਹਨਾਂ ਵਡਭਾਗੇ ਪੁਰਖਾਂ ਨੂੰ ਹੀ ਭਗਤੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਅੰਤਰ ਭੰਡਾਰਾ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਸ਼ੁਭ ਗੁਣਾਂ ਦਾ ਭੰਡਾਰਾ ਦਿੱਤਾ। ਸ਼ੁਭ ਗੁਣਾਂ ਕਰਕੇ ਹੀ ਪ੍ਰਮਾਤਮਾ ਦੀ ਭਗਤੀ ਕਰਨ ਦੀ ਜਾਚ ਪ੍ਰਾਪਤ ਹੁੰਦੀ ਹੈ। ਨਹੀਂ ਤੇ ਸਾਧ ਸੰਗਤ ਜੀ, ਮਨੁੱਖ ਬੰਦਗੀ ਕਰਕੇ ਵੀ ਹੰਕਾਰ ਕਰਨਾ ਨਹੀਂ ਛੱਡਦਾ, ਬੰਦਗੀ ਕਰਕੇ ਵੀ ਕੁਝ ਖੱਟ ਨਹੀਂ ਸਕਦਾ। ਇਉਂ ਮਨ ਦੇ ਵਿੱਚ ਧਾਰਨ ਕਰਨ ਲੱਗ ਪੈਂਦਾ ਕਿ ਮੈਂ ਬਹੁਤੀ ਗੁਰਬਾਣੀ ਪੜ੍ਹਦਾ, ਮੈਂ ਬਹੁਤਾ ਨਾਮ ਜਪਦਾ, ਮੇਰੇ ਜਿੰਨੀ ਬੰਦਗੀ ਕੌਣ ਕਰਦਾ ਹੈ। ਉਹ ਸਾਧ ਸੰਗਤ ਜੀ ਬਹੁਤੀ ਬੰਦਗੀ ਕਰਕੇ ਵੀ ਪੂਰਾ ਲਾਭ ਨਹੀਂ ਪ੍ਰਾਪਤ ਕਰਦਾ। ਤੇ ਉਹ ਨਿਮਰਤਾਵਾਨ ਵੀ ਗੁਰਮੁਖ ਪਿਆਰੇ ਹਨ, ਭਾਵੇਂ ਥੋੜ੍ਹਾ ਸਮਾਂ ਨਾਮ ਜਪਦੇ ਨੇ, ਥੋੜ੍ਹਾ ਸਮਾਂ ਗੁਰਬਾਣੀ ਪੜ੍ਹਦੇ ਨੇ, ਸੇਵਾ ਸਿਮਰਨ ਕਰਦੇ ਨੇ, ਪਰ ਹੰਕਾਰ ਦੀ ਹੋਂਦ ਨਹੀਂ ਕਦੇ ਵੀ ਹਿਰਦੇ ਅੰਦਰ ਪੈਦਾ ਹੋਣ ਦਿੰਦੇ। ਹਉਮੈ ਦਾ ਬੀਜ ਨੂੰ ਕਦੇ ਵੀ ਜਨਮ ਨਹੀਂ ਦਿੰਦੇ ਆਪਣੇ ਅੰਦਰ। ਉਹ ਹਰ ਸਮੇਂ ਨਿਮਰਤਾਵਾਨ ਹੋ ਕੇ ਬੇਨਤੀਆਂ ਕਰਦੇ ਰਹਿੰਦੇ ਨੇ। ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਉੱਠਣ ਦਾ ਬਲ ਬਖਸ਼ਿਆ ਹੈ। ਮਹਾਰਾਜ ਨਿਤਨੇਮ ਕਰਨ ਦਾ ਬਲ ਬਖਸ਼ਿਆ ਹੈ। ਸੇਵਾ ਸਿਮਰਨ ਕਰਨੇ ਦਾ ਆਪ ਨੇ ਕਿਰਪਾ ਕਰਕੇ ਬਲ ਬਖਸ਼ਿਆ ਹੈ। ਹਰ ਸਮੇਂ ਨਿਮਰਤਾਵਾਨ ਹੋ ਕੇ ਬੇਨਤੀਆਂ ਕਰਦੇ ਨੇ। ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਅੰਦਰ
ਪਰਮਾਤਮਾ ਨੇ ਭਗਤੀ ਵੀ ਉਹਨਾਂ ਹੀ ਗੁਰਮੁਖਾਂ ਨੂੰ ਬਖਸ਼ੀ ਹੈ ਜਿਨ੍ਹਾਂ ਦੇ ਹਿਰਦੇ ਅੰਦਰ ਸ਼ੁਭ ਗੁਣਾਂ ਦੇ ਭੰਡਾਰੇ ਹਨ। ਗਿਆਨੀਆਂ ਨੂੰ ਸਭ ਸੱਚ ਹੈ। ਗਿਆਨਵਾਨ ਪੁਰਖਾਂ ਨੂੰ ਸਭ ਥਾਵਾਂ ਤੇ ਸੱਚ ਸਰੂਪ ਪਰਮਾਤਮਾ ਹੀ ਦਿਸਦਾ ਹੈ। ਹਰ ਇੱਕ ਦੇ ਅੰਦਰ ਪਰਮਾਤਮਾ ਦਾ ਸੱਚਾ ਸਰੂਪ ਹੀ ਦੇਖਦੇ ਹਨ। ਸੱਚ ਸੋਝੀ ਹੋਈ। ਸੱਚੇ ਨਾਮ ਕਰਕੇ ਉਹਨਾਂ ਨੂੰ ਸੱਚੇ ਪਰਮਾਤਮਾ ਦੀ ਸੋਝੀ ਹੋ ਗਈ ਹੈ। ਓਏ ਆਪ ਭੁਲਾਏ ਕਿਸੈ ਦੇ ਨਾ ਭੁੱਲਣੀ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਗੁਰਸਿੱਖੋ, ਜੇ ਕੋਈ ਉਹਨਾਂ ਨੂੰ ਭੁਲਾਉਣ ਦਾ ਯਤਨ ਵੀ ਕਰੇ ਨਾ, ਕੋਈ ਰੁਕਾਵਟ ਪਾਉਣ ਦਾ ਯਤਨ ਕਰੇ, ਕੋਈ ਔਕੜ ਅੜਚਨ ਬਣਨ ਦਾ ਕੋਈ ਯਤਨ ਕਰੇ ਕਿ ਇਹਨੂੰ ਪ੍ਰੇਮਾ ਭਗਤੀ ਤੋਂ ਹਟਾ ਦੇਈਏ, ਮਹਾਰਾਜ ਕਹਿੰਦੇ ਕਦੇ ਹਟਾਇਆ ਨਹੀਂ ਜਾ ਸਕਦਾ, ਕਿਉਂਕਿ ਵਾਹਿਗੁਰੂ ਨੇ ਉਹਨਾਂ ਨੂੰ ਤੁਰੋਂ ਹੀ ਇਹ ਦਾਰ ਦੇ ਕਰਕੇ ਨਿਵਾਜਿਆ ਹੈ। ਉਹਨਾਂ ਕੋ ਤਰੂ ਭਗਤ ਖਜ਼ਾਨਾ ਬਖਸ਼ਿਆ, ਮੇਟ ਨਾ ਸਕਿਆ ਕੋਈ ਮਿਟਾ ਨਹੀਂ ਸਕਦਾ, ਕੋਈ ਟਾਲ ਨਹੀਂ ਸਕਦਾ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਭਗਤੀ ਦੀ ਦਾਤ ਬਖਸ਼ੀ ਹੈ। ਓਏ ਭੁਲਾਏ ਕਿਸੇ ਦੇ ਨਾ ਭੁੱਲਣੀ, ਕਿਸੇ ਦੇ ਭੁਲਾਉਣ ਦੇ ਬਾਵਜੂਦ ਵੀ ਉਹ ਭੁੱਲਦੇ ਨਹੀਂ ਹਨ, ਕਿਉਂਕਿ ਕਈ ਵਾਰ ਸਾਖਤ ਪੁਰਸ਼ਾਂ ਦਾ ਸੁਭਾਅ ਹੁੰਦਾ ਹੈ, ਕੋਈ ਬੰਦਗੀ ਕਰਨ ਵਾਲਾ ਗੁਰਮੁਖ ਪਿਆਰਾ, ਰੱਬ ਦਾ ਪਿਆਰਾ, ਪਰਮੇਸ਼ਰ ਦੀ ਯਾਦ ਵਿੱਚ ਜੁੜਿਆ ਹੋਵੇ ਨਾ, ਤੇ ਮਨਮੁਖਾਂ ਦਾ ਸੁਭਾਅ ਹੁੰਦਾ ਜਾਣ ਬੁੱਝ ਕਰਕੇ ਨੇੜੇ ਜਾ ਕੇ ਰੌਲਾ ਪਾਉਂਦੇ ਹੈ, ਗੱਲਾਂ ਬਾਤਾਂ ਕਰਦੇ ਨੇ, ਇਹਦਾ ਮਨ ਜਿਹੜਾ ਕਿ ਭਟਕਾ ਦੇਈਏ। ਪਰ ਪ੍ਰਮਾਤਮਾ ਜਿਨ੍ਹਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ, ਭਾਵੇਂ ਜਿੰਨਾ ਮਰਜ਼ੀ ਲਾਗੇ ਸ਼ੋਰ ਸ਼ਰਾਬਾ ਹੋ ਰਿਹਾ ਹੋਵੇ, ਸਾਖਤ ਪੁਰਸ਼ ਜਿੰਨੇ ਮਰਜ਼ੀ ਯਤਨ ਕਰ ਲੈਣ, ਮਹਾਰਾਜ ਕਹਿੰਦੇ ਉਹਨਾਂ ਨੂੰ ਪ੍ਰਮਾਤਮਾ ਦੀ ਭਗਤੀ ਵਿਸਰਦੀ ਨਹੀਂ ਹੈ। ਅਥਵਾ ਸੰਸਾਰ ਦੇ ਲਾਲਚ ਵੀ ਕਿੰਨੇ ਦੇਣ ਦਾ ਯਤਨ ਕੀਤਾ ਜਾਂਦਾ ਹੈ, ਪਰ ਗਿਆਨਵਾਨ ਪੁਰਖਾਂ ਨੂੰ ਪ੍ਰਮਾਤਮਾ ਦੀ ਭਗਤੀ ਨਹੀਂ ਕਦਾਚਿਤ ਵੀ ਭੁੱਲਦੀ। ਵਾਹਿਗੁਰੂ ਦੇ ਚਰਨਾਂ ਦੇ ਨਾਲ ਪਿਆਰ ਲੱਗਣੀ ਕਰਕੇ ਪ੍ਰਮਾਤਮਾ ਨੂੰ ਕਦੇ ਵੀ ਯਾਦ ਕਰਨਾ ਛੱਡਦੇ ਨਹੀਂ ਹਨ। ਸਾਧ ਸੰਗਤ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ, ਭਾਵੇਂ 5 ਤੇ 7 ਕੁ ਸਾਲ ਦੀ ਆਰਬਲ ਹੈ, ਕਿੰਨੇ ਲਾਲਚ ਦਿੱਤੇ ਗਏ ਸਨ ਵਜ਼ੀਦੇ ਦੇ ਵੱਲੋਂ, ਪਰ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਣੇ ਕਰਕੇ ਸਭ ਨੂੰ ਜੁੱਤੀ ਦੀ ਨੋਕ ਦੇ ਨਾਲ ਠੁਕਰਾ ਦਿੱਤਾ ਸੀਗਾ। ਨਵਾਬੀਆਂ ਦੇ ਲਾਲਚ ਦਿੱਤੇ ਗਏ, ਕਿੰਨੇ ਸੰਸਾਰ ਦੇ ਜੋ ਸਾਧ ਸੰਗਤ ਜੀ ਸੂਬੇਦਾਰੀਆਂ ਦੇ ਕਿੰਨੇ ਜਿਹੜੇ ਲਾਲਚ ਦਿੱਤੇ ਗਏ ਸਨ। ਭਾਵੇਂ ਛੋਟੀ ਆਰਬਲਾ ਸੀ, ਪਰ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਸੀਗਾ, ਸੋਝੀ ਸੀ ਹਿਰਦੇ ਅੰਦਰ ਗਿਆਤ ਸੀਗਾ, ਇਸ ਕਰਕੇ ਸਭ ਨੂੰ ਜੁੱਤੀ ਦੀ ਨੋਕ ਦੇ ਨਾਲ ਠੁਕਰਾ ਦਿੱਤਾ ਸੀ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਹਜ਼ੂਰ ਫਰਮਾਉਂਦੇ ਨੇ, ਓਏ ਭੁਲਾਏ ਕਿਸੇ ਦੇ ਨਾ ਭੁੱਲਣੀ। ਮਹਾਰਾਜ ਕਹਿੰਦੇ ਉਹਨਾਂ ਨੂੰ ਭੁਲਾਉਣ ਦਾ ਵੀ ਭਾਵੇਂ ਯਤਨ ਕਰੇ ਨਾ, ਭਗਤੀ ਦੇ ਮਾਰਗ ਤੋਂ ਠਕਰਾਉਣ ਦਾ ਯਤਨ ਕਰੇ, ਉਹ ਕਦੇ ਵੀ ਠੋਕਰ ਨਹੀਂ ਖਾਂਦੇ। ਉਹ ਪ੍ਰਮਾਤਮਾ ਦੀ ਹਰ ਸਮੇਂ ਭਗਤੀ ਦੇ ਵਿੱਚ ਲੀਨ ਰਹਿੰਦੇ ਹਨ। ਸੱਚ ਜਾਣਨ ਸੋਈ, ਕਿਉਂਕਿ ਉਹਨਾਂ ਨੇ ਸੱਚੇ ਪ੍ਰਮਾਤਮਾ ਦੇ ਸਰੂਪ ਨੂੰ ਜਾਣਿਆ ਹੈ। ਜੇ ਕਹਿੰਦੇ ਧਰਤੀ ਵੀ ਸੋਨੇ ਦੀ ਬਣਾ ਕੇ ਸਾਹਮਣੇ ਰੱਖ ਦਿੱਤੀ ਜਾਵੇ, ਲਾਲਚ ਦਿੱਤਾ ਜਾਵੇ, ਪਰ ਮਹਾਰਾਜ ਕਹਿੰਦੇ ਬਿਨ ਹਰ ਅਵਰ ਨਾ ਪਾਇਆ ਰਾਮ, ਫਿਰ ਵੀ ਉਹਨਾਂ ਨੂੰ ਵਾਹਿਗੁਰੂ ਜੀ ਦੇ ਸਰੂਪ ਤੋਂ ਬਿਨਾਂ ਕੁਝ ਵੀ ਪਾਉਂਦਾ ਨਹੀਂ ਹੈ। ਪਰਮੇਸ਼ਰ ਦਾ ਨਾਮ ਹੀ ਪਿਆਰਾ ਲੱਗਦਾ ਹੈ। ਘਰ ਮਹਿ ਪੰਚ ਵਰਤਦੇ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ, ਇਹ ਸਰੀਰ ਰੂਪੀ ਘਰ ਦੇ ਅੰਦਰ ਜਿਹੜੇ 5 ਗਿਆਨ ਇੰਦਰੀ ਵਰਤਦੇ ਹਨ, ਅਥਵਾ 5 ਜਿਹੜੇ ਵਿਕਾਰ ਵਰਤਦੇ ਹਨ। ਪੰਚੇ ਵਿਚਾਰੀ। ਮਹਾਰਾਜ ਕਹਿੰਦੇ ਉਹ ਗੁਰਮੁਖ ਪਿਆਰਿਆਂ ਨੇ ਵਿਚਾਰਵਾਨ ਹੋ ਕਰਕੇ 5 ਨੂੰ ਹੀ ਚੰਗੇ ਪਾਸੇ ਸਹੀ ਰਸਤੇ ਤੇ ਚਲਾ ਦਿੱਤਾ, ਸ਼ੁਭ ਗੁਣਾਂ ਦੇ ਧਾਰਨੀ ਬਣ ਕੇ। ਇੱਕ ਪਾਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਦੂਜੇ ਪਾਸੇ ਦਇਆ ਧਰਮ ਧੀਰਜਤਾ ਸ਼ੁਭ ਵਿਚਾਰ। ਇਹ ਸਾਧ ਸੰਗਤ ਜੀ ਸ਼ੁਭ ਗੁਣ ਹਨ। ਗੁਰਮੁਖਾਂ ਨੇ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਮਹਾਰਾਜ ਕਹਿੰਦੇ 5 ਵਿਕਾਰਾਂ ਦੇ ਮੁਕਾਬਲੇ ਸਾਹਮਣੇ ਲਿਆ ਕਰਕੇ ਖੜੇ ਕਰ ਦਿੱਤਾ। ਔਰ ਇਸੇ ਪ੍ਰਕਾਰ ਜਿਹੜੇ ਗਿਆਨ ਇੰਦਰੀ ਸਾਧ ਸੰਗਤ ਜੀ ਅੱਖਾਂ ਦੇ ਨਾਲ ਪਹਿਲਾਂ ਪਰਾਏ ਰੂਪਾਂ ਨੂੰ ਤੱਕਦੇ ਸੀ, ਜ਼ਬਾਨ ਤੋਂ ਪਰਾਈ ਨਿੰਦਿਆ ਕਰਦੇ ਸੀ, ਝੂਠ ਬੋਲਦੇ ਸੀ, ਕੰਨਾਂ ਦੇ ਨਾਲ ਜੋ ਪਰਾਈ ਨਿੰਦਿਆ ਸੁਣਨ ਦਾ ਬੜਾ ਰਸ ਲੈਂਦੇ ਸੀ। ਇਸ ਪ੍ਰਕਾਰ ਜਿਹੜੇ 5 ਗਿਆਨ ਇੰਦਰੀ ਹੈ, ਮਹਾਰਾਜ ਸਾਹਿਬ ਜੀ ਕਹਿੰਦੇ ਵਿਚਾਰਵਾਨਾਂ ਨੇ ਇਹਨਾਂ ਨੂੰ ਵੀ ਚੰਗੇ ਪਾਸੇ ਲਗਾ ਦਿੱਤਾ।
ਨੇਤਰਾਂ ਦੇ ਨਾਲ ਸਤਿਗੁਰੂ ਜੀ ਦੇ ਗੁਰੂ ਕੀ ਸੰਗਤ ਨੂੰ ਗੁਰੂ ਸਰੂਪ ਜਾਣ ਕਰਕੇ ਦੀਦਾਰ ਕਰਦੇ ਹਨ। ਰਸਨਾ ਤੋਂ ਪਰਮਾਤਮਾ ਦਾ ਨਾਮ ਉਚਾਰਨ ਕਰਦੇ ਨੇ, ਕੰਨਾਂ ਦੇ ਨਾਲ ਵਾਹਿਗੁਰੂ ਜੀ ਦਾ ਜਸ ਸਰਵਣ ਕਰਦੇ ਨੇ। ਐਸਾ ਗੁਰਮੁਖਾਂ ਨੇ, ਵਿਚਾਰਵਾਨਾਂ ਨੇ ਐਸੀ ਸ਼ੁਭ ਵਿਚਾਰ ਨੂੰ ਧਾਰਨ ਕਰਕੇ ਪੰਜਾਂ ਗਿਆਨ ਇੰਦਰੀਆਂ ਨੂੰ ਵੀ ਚੰਗੇ ਪਾਸੇ ਲਾ ਲਿਆ ਹੈ। ਨਾਨਕ ਬਿਨ ਸਤਿਗੁਰ ਵਸ ਨਾ ਆਵਨੀ। ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ, ਹੇ ਗੁਰਸਿੱਖੋ, ਭਟਕਦਾ ਹੋਇਆ ਮਨ ਪੂਰੇ ਸਤਿਗੁਰੂ ਜੀ ਤੋਂ ਬਿਨਾਂ, ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਕਦਾਚਿਤ ਵੀ ਵਸ ਨਹੀਂ ਆ ਸਕਦਾ। ਨਾਮ ਹਉਮੈ ਮਾਰੀ। ਨਾਮ ਕਰਕੇ ਮਹਾਰਾਜ ਕਹਿੰਦੇ ਗੁਰਮੁਖਾਂ ਨੇ ਹਉਮੈ ਨੂੰ ਮਾਰਿਆ ਹੈ, ਹੰਗਤਾ ਤੇ ਮਮਤਾ ਦੀ ਹੋਂਦ ਨੂੰ ਮਿਟਾਇਆ ਹੈ। ਜਿਨ੍ਹਾਂ ਨੇ ਮਹਾਰਾਜ ਸ਼ਿਵ ਜੀ ਤੋਂ ਨਾਮ ਦੀ ਦਾਤ ਪ੍ਰਾਪਤ ਕੀਤੀ ਹੈ, ਮੁਖ ਤੋਂ ਬੜੇ ਪਿਆਰ ਦੇ ਨਾਲ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰ ਕਰਕੇ, ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਜਿਵੇਂ ਜਿਵੇਂ ਮਨੁੱਖ ਵਾਹਿਗੁਰੂ ਮੰਤਰ ਦਾ ਜਾਪ ਕਰੇਗਾ, ਤਿਵੇਂ ਤਿਵੇਂ ਹਉਮੈ ਦੀ ਮੈੜ, ਹਉਮੈ ਦੀ ਹੋਂਦ ਮਿਟਦੀ ਜਾਵੇਗੀ, ਹਿਰਦਾ ਸ਼ੁੱਧ ਹੋ ਜਾਵੇਗਾ। ਸ਼ੁੱਧ ਹਿਰਦੇ ਵਿੱਚ ਪਰਮਾਤਮਾ ਆ ਕਰਕੇ ਨਿਵਾਸ ਕਰੇਗਾ। ਸਤਿਗੁਰੂ ਜੀ ਮਿਹਰ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਗਿਆਨੀਆ ਨੋ ਸਭ ਸੱਚ ਹੈ, ਸੱਚ ਸੋਝੀ ਹੋਈ। ਓਏ ਭਲਾਏ ਕਿਸੈ ਦੇ ਨਾ ਭੁੱਲਨੀ, ਸੱਚ ਜਾਣਨ ਸੋਈ। ਘਰ ਮਹਿ ਪੰਚ ਵਰਤਦੇ, ਪੰਚੇ ਵਿਚਾਰੀ। ਨਾਨਕ ਬਿਨ ਸਤਿਗੁਰ ਵਸ ਨਾ ਆਵਨੀ, ਨਾਮ ਹਉਮੈ ਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।